ਸਾਹਿਬ ਜੀਓ। ਮੇਰ ਕਰੋ ਤ੍ਰੰਟ ਮੋਹਿ ਜਾਹੇ, ਗਰੀਬਨ ਨਿਵਾਜ ਨਾ ਦੂਸਰ ਤੋਸੋ। ਭੂਲ ਛਿਮੋ ਹਮਰੀ ਪ੍ਰਭ ਆਪ, ਨਾ ਭੂਲਣ ਹਾਰ ਕਾਹੂੰ ਕੋ ਮੋਸੋ। ਸੇਵ ਕਰੀ ਤੁਮਰੀ ਤੈਨ ਕੇ, ਸਭਿ ਗ੍ਰਹਿ ਦੇਖਿਆਤ ਦਰਬ ਪਰੋਸੋ। ਯਾ ਕਲ ਮੈਂ ਸਭ ਕਾਲ ਕਿਰਪਾਨ ਕੀ, ਭਾਰੀ ਪੁਜਾਨ ਕੋ ਭਾਰੀ ਪਰੋਸੋ। ਕਹਾਂ ਬੁੱਧ ਪ੍ਰਭ ਤੁਸ਼ ਹਮਾਰੀ, ਬਰਨ ਸਕੈ ਮਹਿਮਾ ਜੋ ਤਿਹਾਰੀ। ਹਮ ਨਾ ਸਕਤ ਕਰ ਸਿਫਤ ਤੁਮਾਰੀ, ਆਪ ਲਿਹੋ ਤੁਮ ਕਥਾ ਸੁਧਾਰੀ। ਮੂਕ ਉਚਰੈ ਸ਼ਾਸਤਰ ਖਟ, ਪਿੰਗ ਗਿਰਨ ਚੜ ਜਾਏ। ਅੰਧ ਲਖੈ ਬਦਰੁ ਸੁਣੈ, ਜੋ ਕਾਲ ਕਿਰਪਾ ਕਰਾਏ। ਅੰਧ ਲਖੈ ਬਦਰੁ ਸੁਣੈ, ਜੋ ਕਾਲ ਕਿਰਪਾ ਕਰਾਏ। ਸਤਿਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ। ਮਲਾਰ ਮਹੱਲਾ ਤੀਜਾ, ਚੌਪਦੇ ਘਰ ਪਹਿਲਾ। ਇੱਕ ਓੰਕਾਰ ਸਤਿਗੁਰ ਪ੍ਰਸਾਦਿ, ਨਿਰੰਕਾਰ ਆਕਾਰ ਹੈ ਆਪੇ, ਆਪੇ ਭਰਮ ਭੁਲਾਏ। ਕਰ ਕਰ ਕਰਤਾ ਆਪੇ ਵੇਖੈ, ਜਿਤ ਭਾਵੈ ਤਿਤ ਲਾਏ। ਨਿਰੰਕਾਰ ਆਕਾਰ ਹੈ ਆਪੇ, ਆਪੇ ਭਰਮ ਭੁਲਾਏ। ਕਰ ਕਰ ਕਰਤਾ ਆਪੇ ਵੇਖੈ, ਜਿਤ ਭਾਵੈ ਤਿਤ ਲਾਏ। ਸੇਵਕ ਕਉ ਏਹਾ ਵਡਿਆਈ, ਜਾ ਕਉ ਹੁਕਮ ਮਨਾਏ। ਆਪਣਾ ਭਾਣਾ ਆਪੇ ਜਾਣੈ, ਗੁਰ ਕਿਰਪਾ ਤੇ ਲਹੀਐ। ਏਹਾ ਸ਼ਕਤ ਸਿਵੈ ਘਰ ਆਵੈ, ਜੀਵੰਦਿਆਂ ਮਾਰ ਰਹੀਐ। ਰਹਾਉ ਵੇਦ ਪੜ੍ਹੈ ਪੜਵਾਦ ਵਖਾਣੈ,
ਬ੍ਰਹਮਾ ਵਿਸ਼ਨ ਮਹੇਸਾ। ਇਹ ਤਿਰਗੁਣ ਮਾਇਆ ਜਿਨ ਜਗਤ ਭੁਲਾਇਆ, ਜਨਮ ਮਰਨ ਕਾ ਸਹਸਾ। ਗੁਰ ਪ੍ਰਸਾਦੀ ਏਕੋ ਜਾਣੈ, ਚੂਕੈ ਮਨਹੁ ਅੰਦੇਸਾ। ਹਮ ਦੀਨ ਮੂਰਖ ਆ ਵਿਚਾਰੀ, ਤੁਮ ਚਿੰਤਾ ਕਰਹੁ ਹਮਾਰੀ। ਹੋ ਦਇਆਲ ਕਰ ਦਾਸ ਦਾਸਾਂ ਕਾ, ਸੇਵਾ ਕਰੇ ਤੁਮਾਰੀ। ਏਕ ਨਿਦਾਨ ਦੇਹ ਤੂੰ ਆਪਣਾ, ਅਹਨਿਸ ਨਾਮ ਵਖਾਣੀ। ਕਹਿਤ ਨਾਨਕ ਗੁਰ ਪ੍ਰਸਾਦੀ ਬੁਝਹੁ, ਕੋਈ ਐਸਾ ਕਰੇ ਵਿਚਾਰਾ। ਜਿਉ ਜਲ ਉਪਰ ਫੇਨ ਬੁੱਧ ਬੁਧਾ, ਤੈਸਾ ਇਹੋ ਸੰਸਾਰਾ। ਜਿਸ ਤੇ ਹੋਆ ਤਿਸਹਿ ਸਮਾਣਾ, ਚੂਕ ਗਿਆ ਪਾਸਾਰਾ। ਜਿਉ ਜਲ ਉਪਰ ਫੇਨ ਬੁੱਧ ਬੁਧਾ, ਤੈਸਾ ਇਹੋ ਸੰਸਾਰਾ। ਜਿਸ ਤੇ ਹੋਆ ਤਿਸਹਿ ਸਮਾਣਾ, ਚੂਕ ਗਿਆ ਪਾਸਾਰਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਪਰਮ ਸਨਮਾਨਯੋਗ ਗੁਰੂ ਖਾਲਸਾ ਸਾਧ ਸੰਗਤ ਜੀਓ, ਆਪ ਸੰਗਤਾਂ ਵਡਭਾਗੀ ਹੋ। ਜੁਗੋ ਜੁਗ ਅਟਲ ਸਤਿਗੁਰੂ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਵਨ ਚਰਨਾਂ ਦੇ ਵਿੱਚ ਹਾਜ਼ਰੀਆਂ ਭਰ ਰਹੇ ਹੋ ਅਤੇ ਨਾਲ ਹੀ ਖਾਲਸੇ ਦਾ ਸਾਜਨਾ ਦਿਵਸ ਵੈਸਾਖੀ ਦਾ ਪੁਰਬ ਮਨਾ ਰਹੇ ਹੋ। 1699 ਦੀ ਵਿਸਾਖੀ ਨੂੰ ਕਲਗੀਧਰ ਪਾਤਸ਼ਾਹ ਸਾਹਿਬ ਕਮਾਲ ਵਹਿ ਪ੍ਰਗਟਿਉ ਮਰਦ ਅਗੰਮੜਾ ਬਰੀਆਮ ਅਕੇਲਾ, ਵਾਹੋ ਵਾਹੋ ਗੋਬਿੰਦ ਸਿੰਘ ਆਪੇ ਗੁਰ ਚੇਲਾ। ਅਨੰਦਪੁਰ ਸਾਹਿਬ ਜੀ ਦੀ ਪਾਵਨ ਧਰਤੀ 'ਤੇ ਇੱਕ ਅਲੌਕਿਕ ਕੌਤਕ ਕੀਤਾ ਸੀ। 80,000 ਦੇ ਇਕੱਠ ਵਿੱਚ ਨੰਗੀ ਸ੍ਰੀ ਸਾਹਿਬ ਲੈ ਕੇ ਸਟੇਜ ਤੋਂ ਐਲਾਨ ਕੀਤਾ, ਸਾਨੂੰ ਸਿਰ ਦੀ ਲੋੜ ਹੈ। ਇਹ ਗੱਲ ਸੁਣਦਿਆਂ ਸਾਰ ਇੱਕਦਮ ਸਭ ਦੀਆਂ ਨੀਵੀਆਂ ਪੈ ਗਈਆਂ, ਸਨਾਟਾ ਜਿਹਾ ਛਾ ਗਿਆ, ਕੋਈ ਜਵਾਬ ਨਹੀਂ ਮਿਲਿਆ। ਦੂਜੀ ਵਾਰੀ ਫਿਰ ਸਤਿਗੁਰੂ ਨੇ ਆਖਿਆ, ਖਾਲਸਾ ਜੀ ਸਿਰ ਦੀ ਲੋੜ ਹੈ। ਜਦੋਂ ਤੀਜੀ ਵਾਰ ਬਚਨ ਕੀਤਾ, ਫਿਰ ਇੱਕ ਸਿੱਖ ਉੱਠਿਆ। ਗੁਰੂ ਮਹਾਰਾਜ ਨੇ ਪਿਛਲੇ ਪਾਸੇ ਤੰਬੂ ਲਗਾਇਆ ਹੋਇਆ ਸੀ, ਉਸ ਤੰਬੂ ਦੇ ਵਿੱਚ ਲਿਜਾ ਕੇ ਸ੍ਰੀ ਸਾਹਿਬ ਦਾ ਵਾਰ ਕੀਤਾ। ਲਹੂ ਦੇ ਨਾਲ ਲਿਬੜੀ ਹੋਈ ਸ੍ਰੀ ਸਾਹਿਬ ਲੈ ਕੇ ਫਿਰ ਸਟੇਜ 'ਤੇ ਆਏ ਨੇ। ਇਸ ਕੌਤਕ ਨੂੰ ਦੇਖ ਕੇ ਜਿਹੜੇ ਡਰਪੋਕ ਸਨ ਉਹ ਤੇ ਦੌੜ ਗਏ। ਮਸੰਦਾਂ ਨੇ ਮਾਤਾ ਗੁਜਰੀ ਜੀ ਪਾਸ ਜਾ ਕੇ ਸ਼ਿਕਾਇਤ ਕੀਤੀ
ਗੁਰੂ ਮਹਾਰਾਜ ਤੇ ਸਿੱਖਾਂ ਨੂੰ ਮਾਰਨ ਲੱਗ ਪਏ ਨੇ। ਸਾਡੇ ਸਾਹਮਣੇ ਇੱਕ ਸਿੱਖ ਦਾ ਸਿਰ ਵੱਢ ਦਿੱਤਾ ਹੈ, ਹੋਰ ਸਿਰਾਂ ਦੀ ਮੰਗ ਕਰਦੇ ਨੇ। ਆਪਾਂ ਇਉਂ ਕਰੀਏ, ਹੁਣ ਸਾਹਿਬਜ਼ਾਦਾ ਅਜੀਤ ਸਿੰਘ ਨੂੰ ਗੁਰਤਾ ਦੇ ਤਖ਼ਤ 'ਤੇ ਬੈਠਾ ਦਈਏ ਅਤੇ ਕਲਗੀਧਰ ਪਾਤਸ਼ਾਹ ਸਾਹਿਬ ਕਮਾਲ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਨੂੰ ਹੁਣ ਤਖ਼ਤ ਤੋਂ ਬਰਖਾਸਤ ਕਰ ਦਈਏ। ਮਾਤਾ ਗੁਜਰ ਕੌਰ ਜੀ ਕਹਿਣ ਲੱਗੇ, ਇਹ ਸਾਡੇ ਫਰਜ਼ੰਦ ਕਲਗੀਧਰ ਪਾਤਸ਼ਾਹ ਸਾਹਿਬ ਕਮਾਲ ਦੇ ਬੜੇ ਹੀ ਅਲੌਕਿਕ ਕੌਤਕ ਹਨ। ਇਹਦਾ ਬਾਅਦ ਵਿੱਚ ਹੀ ਪਤਾ ਲੱਗੇਗਾ। ਕੁਝ ਸਮੇਂ ਤੋਂ ਬਾਅਦ ਫਿਰ ਇਹ ਖਬਰ ਆ ਗਈ, 5 ਸਿੱਖਾਂ ਨੇ ਸੀਸ ਦਿੱਤੇ ਅਤੇ ਗੁਰੂ ਮਹਾਰਾਜ ਨੇ ਉਹਨਾਂ ਨੂੰ ਅੰਮ੍ਰਿਤ ਦੀ ਦਾਤ ਬਖਸ਼ਿਸ਼ ਕਰਕੇ ਸੁਰਜੀਤ ਵੀ ਕੀਤਾ ਅਤੇ ਫਿਰ ਉਹਨਾਂ ਨੂੰ ਖਾਲਸਾ ਸਜਾ ਕੇ ਅਤੇ ਨਾਲ ਇਹ ਆਖਿਆ ਸੀ, ਖਾਲਸਾ ਅਕਾਲ ਪੁਰਖ ਕੀ ਫੌਜ, ਪ੍ਰਗਟਿਓ ਖਾਲਸਾ ਪਰਮਾਤਮ ਕੀ ਮੌਜ। ਇਹ ਉਸ ਅਕਾਲ ਪੁਰਖ ਵਾਹਿਗੁਰੂ ਦਾ ਹੁਕਮ ਸੀ, ਮੈਂ ਆਪਣਾ ਸੁਤ ਤੋਹੇ ਨਿਵਾਜਾ, ਪੰਥ ਪਰਚੁਰ ਕਰਬੇ ਕੋ ਸਾਜਾ, ਜਾਏ ਤਾਹਾਂ ਤੁਮ ਧਰਮ ਚਲਾਏ, ਕਬੁੱਧ ਕਰਨ ਤੇ ਲੋਕ ਹਟਾਏ। ਠਾਂਡ ਪਵੇ ਮੈਂ ਜੋਰ ਕਰ ਬਚਨ ਕਹਾ ਸਿਰ ਨਿਆਏ, ਪੰਥ ਚਲੈ ਤਬ ਜਗ ਮੈਂ ਜਬ ਤੁਮ ਕਰੋ ਸਹਾਏ। ਇਹ ਵਾਹਿਗੁਰੂ ਦੇ ਹੁਕਮ ਦੇ ਵਿੱਚ ਹੀ ਖਾਲਸਾ ਪੰਥ ਪ੍ਰਗਟ ਹੋਇਆ ਹੈ। ਅਤੇ ਜਦੋਂ ਇਸ ਗੱਲ ਦਾ ਪਤਾ ਲੱਗਿਆ, ਫਿਰ ਹੋਰ ਵੀ ਸਿੱਖ ਸਿਰ ਦੇਣ ਲਈ ਤਿਆਰ ਹੋ ਗਏ। ਪਰ ਕਲਗੀਧਰ ਪਾਤਸ਼ਾਹ ਕਹਿਣ ਲੱਗੇ, ਸਾਨੂੰ 5 ਸਿਰਾਂ ਦੀ ਲੋੜ ਸੀ, ਬਸ ਹੁਣ ਅੱਗੇ ਹੁਣ ਹੋਰ ਸਿਰ ਨਹੀਂ ਲਵਾਂਗੇ। ਹੁਣ ਅਸੀਂ ਇਹਨਾਂ 5 ਨੂੰ ਆਪਣੇ ਸਾਰੇ ਹੱਕ ਹਕੂਕ, ਸਾਰੇ ਅਧਿਕਾਰ ਹੁਣ ਦੇਵਾਂਗੇ। ਖਾਲਸਾ ਮੇਰੋ ਰੂਪ ਹੈ ਖਾਸ, ਖਾਲਸੇ ਮੈਂ ਹੂੰ ਕਰੋ ਨਿਵਾਸ, ਖਾਲਸਾ ਮੇਰੋ ਸੱਜਣ ਸੂਰਾ, ਖਾਲਸਾ ਮੇਰੋ ਸਤਿਗੁਰ ਪੂਰਾ। ਫਿਰ ਸਤਿਗੁਰੂ ਮਹਾਰਾਜ ਨੇ ਉਹਨਾਂ 5 ਪਿਆਰਿਆਂ ਤੋਂ ਖੁਦ ਵੀ ਅੰਮ੍ਰਿਤਪਾਨ ਕੀਤਾ। ਇਤਿਹਾਸ ਇਹ ਵੀ ਦੱਸਦਾ ਹੈ, ਉਸ ਵੇਲੇ ਗੁਰੂ ਮਹਾਰਾਜ ਦੇ ਮਹਿਲ ਮਾਤਾ ਅਜੀਤ ਕੌਰ ਜੀ, ਉਹ ਵੀ ਸਤਿਗੁਰੂ ਮਹਾਰਾਜ ਦੇ ਨਾਲ ਹੀ ਅੰਮ੍ਰਿਤ ਛਕਣ ਲਈ ਤਿਆਰ ਹੋਏ। ਕਿਉਂ? ਕੁਝ ਇਤਿਹਾਸਕਾਰਾਂ ਨੇ ਇਹ ਗੱਲ ਮੰਨੀ ਹੈ, ਜਦੋਂ ਕਲਗੀਧਰ ਪਾਤਸ਼ਾਹ ਨੇ ਖੰਡੇ ਬਾਟੇ ਦਾ ਅੰਮ੍ਰਿਤ ਤਿਆਰ ਕੀਤਾ, ਉਸ ਵੇਲੇ ਮਾਤਾ ਜੀਤੋ ਜੀ ਨੇ ਪਤਾਸੇ ਲਿਆ ਕੇ ਉਸ ਅੰਮ੍ਰਿਤ ਦੇ ਵਿੱਚ ਪਾਏ ਸਨ। ਅਤੇ ਗੁਰੂ ਮਹਾਰਾਜ ਸੱਚੇ ਪਾਤਸ਼ਾਹ ਨੇ ਉਸ ਵੇਲੇ ਬਚਨ ਕੀਤਾ ਸੀ, ਜੇ ਇਸ ਅੰਮ੍ਰਿਤ ਦੇ ਵਿੱਚ ਪਤਾਸੇ ਨਾ ਪਾਏ ਜਾਂਦੇ, ਖਾਲਸੇ ਪੰਥ ਵਿੱਚ ਇੰਨਾ ਜੋਸ਼ ਭਰ ਜਾਣਾ ਸੀ ਅਤੇ ਇਹਨਾਂ ਨੇ ਆਪਸ ਵਿੱਚ ਹੀ ਲੜ ਲੜ ਕੇ ਮਰ ਜਾਇਆ ਕਰਨਾ ਸੀ। ਚੰਗਾ ਹੋਇਆ ਬਈ ਤੁਸੀਂ ਹੁਣ ਪਤਾਸੇ ਲਿਆ ਕੇ ਪਾ ਦਿੱਤੇ ਨੇ, ਹੁਣ ਇਹਨਾਂ ਦੇ ਵਿੱਚ ਪਿਆਰ ਦੀ ਮਿਠਾਸ ਵੀ ਘੁਲ ਜਾਵੇਗੀ। ਹੁਣ ਲੜਨਗੇ ਵੀ ਅਤੇ ਪਰ ਆਪਸ ਵਿੱਚ ਪਿਆਰ ਵੀ ਕਰਨਗੇ। ਇਉਂ ਗੁਰੂ ਮਹਾਰਾਜ ਸੱਚੇ ਪਾਤਸ਼ਾਹ ਨੇ ਸਮੇਤ ਪਰਿਵਾਰ ਦੇ ਅੰਮ੍ਰਿਤਪਾਨ ਕੀਤਾ। ਫਿਰ ਇਹਦੇ ਨਾਲ ਹੋਰ ਵੀ ਦਾਸਤਾਨ ਮਹਾਂਪੁਰਖ ਸਰਵਣ ਕਰਵਾਉਂਦੇ ਸਨ। ਸਾਡੇ ਇਤਿਹਾਸ ਨੇ ਇਹ ਗੱਲ ਨਹੀਂ ਲਿਖੀ ਬਈ ਗੁਰੂ ਮਹਾਰਾਜ ਦੇ ਮਹਿਲਾਂ ਨੇ ਅਤੇ ਗੁਰੂ ਮਹਾਰਾਜ ਦੇ ਸਾਹਿਬਜ਼ਾਦਿਆਂ ਨੇ ਕਦੋਂ ਅੰਮ੍ਰਿਤ ਛਕਿਆ। ਪਰ ਇਹਦੇ ਬਾਰੇ ਸੰਤ ਗਿਆਨੀ ਮੋਹਨ ਸਿੰਘ ਜੀ ਪਿੰਡਰਾਂ ਵਾਲੇ ਮਹਾਂਪੁਰਖਾਂ ਨੇ ਦਾਸ ਜਦੋਂ ਵਿਦਿਆਰਥੀ ਉਹਨਾਂ ਕੋਲ ਪੜ੍ਹਦਾ ਸੀ, ਉਹਨਾਂ ਨੇ ਇਹ ਸਾਰੀ ਇਬਾਰਤ ਸਰਵਣ ਕਰਵਾਈ ਸੀ। ਸੰਤ ਬਾਬਾ ਸੁੰਦਰ ਸਿੰਘ ਜੀ ਪਿੰਡਰਾਂ ਵਾਲੇ, ਉਹਨਾਂ ਦੇ ਪਾਸ ਕਿਸੇ ਪ੍ਰੇਮੀ ਨੇ ਸਵਾਲ ਕਰ ਦਿੱਤਾ ਬਈ ਇਹ ਤਾਂ ਜ਼ਿਕਰ ਆਉਂਦਾ ਹੈ ਸਾਡੇ ਇਤਿਹਾਸ ਵਿੱਚ ਗੁਰੂ ਮਹਾਰਾਜ ਨੇ 1699 ਦੇ ਵਿੱਚ ਖਾਲਸਾ ਪੰਥ ਦੀ ਸਿਰਜਣਾ ਕੀਤੀ। 5
ਸਿੱਖਾਂ ਤੋਂ ਸਿਰ ਲਏ ਅਤੇ ਉਹਨਾਂ ਨੂੰ ਅੰਮ੍ਰਿਤ ਦੀ ਦਾਤ ਬਖਸ਼ਿਸ਼ ਕੀਤੀ। ਫਿਰ ਉਹਨਾਂ ਤੋਂ ਆਪ ਵੀ ਅੰਮ੍ਰਿਤ ਛਕਿਆ ਅਤੇ ਗੁਰੂ ਚੇਲਾ ਬਣੇ। ਪਰ ਗੁਰੂ ਮਹਾਰਾਜ ਦੇ ਮਹਿਲ ਅਤੇ ਪਰਿਵਾਰਾਂ ਦਾ ਜ਼ਿਕਰ ਨਹੀਂ ਆਇਆ, ਉਹਨਾਂ ਨੇ ਕਦੋਂ ਅੰਮ੍ਰਿਤ ਛਕਿਆ ਸੀ। ਇਸ ਸਵਾਲ ਨੂੰ ਲੈ ਕੇ ਮਹਾਂਪੁਰਖਾਂ ਦੇ ਮਨ ਦੇ ਵਿੱਚ ਇੱਕ ਤਾੜੋ ਪੈਦਾ ਹੋਈ। ਇਹ ਇੱਕ ਅਹਿਮ ਸਵਾਲ ਹੈ, ਇਹਦਾ ਠੋਸ ਜਵਾਬ ਲੱਭਣਾ ਚਾਹੀਦਾ। ਸੰਤ ਬਾਬਾ ਸੁੰਦਰ ਸਿੰਘ ਜੀ ਭਿੰਡਰਾਂ ਵਾਲੇ ਮਹਾਂਪੁਰਖ ਕੁਛ ਨਾਲ ਦੇ ਸਾਥੀਆਂ ਨੂੰ, ਵਿਦਿਆਰਥੀਆਂ ਨੂੰ ਨਾਲ ਲੈ ਕੇ ਖਾਲਸੇ ਦੀ ਜਨਮ ਭੂਮੀ ਅਨੰਦਪੁਰ ਸਾਹਿਬ ਪਹੁੰਚੇ ਨੇ ਔਰ ਉੱਥੇ ਜਾ ਕੇ ਪਤਾ ਕੀਤਾ ਵੀ ਇਸ ਅਨੰਦਪੁਰ ਸਾਹਿਬ ਜੀ ਦੇ ਅੰਦਰ ਇਸ ਵੇਲੇ ਕੌਣ ਪ੍ਰਬੰਧ ਦੀ ਸੇਵਾ ਨਿਭਾ ਰਿਹਾ। ਤਾਂ ਪਤਾ ਲੱਗਿਆ ਉਸ ਵੇਲੇ ਸੋਢੀ, ਕਿਉਂ ਕਲਗੀਧਰ ਪਾਤਸ਼ਾਹ ਵੀ ਆਪ ਸੋਢੀ ਸਨ। ਗੁਰੂ ਰਾਮਦਾਸ ਮਹਾਰਾਜ ਤੋਂ ਸੋਢੀਆਂ ਦੇ ਵਿੱਚ ਗੁਰਤਾ ਦੀ ਇਹ ਦਾਤ ਪ੍ਰਾਪਤ ਹੋਈ। ਹੁਣ ਉਹਨਾਂ ਸੋਢੀਆਂ ਦੇ ਵਿੱਚੋਂ ਇੱਕ ਬਜ਼ੁਰਗ ਸਨ ਜਿਨ੍ਹਾਂ ਦਾ ਨਾਮ ਮਹਾਂਪੁਰਖਾਂ ਨੇ ਦੱਸਿਆ ਬਾਬਾ ਸਪੂਰਨ ਸਿੰਘ ਜੀ, ਜਿਨ੍ਹਾਂ ਦੀ ਉਮਰ ਉਸ ਵੇਲੇ ਅੱਜ ਤੋਂ 100 ਸਾਲ ਪਹਿਲਾਂ ਦੀ ਗੱਲ ਸਮਝ ਲਓ। ਅੱਜ ਤੋਂ 100 ਸਾਲ ਪਹਿਲਾਂ ਜਦੋਂ ਮਹਾਂਪੁਰਖ ਅਨੰਦਪੁਰ ਸਾਹਿਬ ਗਏ, ਉਹ ਬਜ਼ੁਰਗ ਬਾਬਾ ਸਪੂਰਨ ਸਿੰਘ ਜੀ ਸੋਢੀ ਉਸ ਵੇਲੇ ਤਖਤ ਸ੍ਰੀ ਕੇਸਗੜ੍ਹ ਸਾਹਿਬ ਦਾ ਪ੍ਰਬੰਧ ਚਲਾ ਰਹੇ ਸਨ ਅਤੇ ਉਹਨਾਂ ਨੂੰ ਜਾ ਕੇ ਮਿਲੇ ਅਤੇ ਜਾ ਕੇ ਬੇਨਤੀ ਕੀਤੀ। ਮਹਾਂਪੁਰ ਕਹਿਣ ਲੱਗੇ, ਤੁਸੀਂ ਇੱਕ ਤਾਂ ਗੁਰੂ ਕੋਲ ਵਿੱਚੋਂ ਹੋ, ਦੂਸਰਾ ਚਿਰਾਂ ਤੋਂ ਤਖਤ ਸਾਹਿਬ ਜੀ ਦੀ ਸੇਵਾ ਵੀ ਕਰਦੇ ਚਲੇ ਜਾ ਰਹੇ ਹੋ। ਇੱਕ ਸਵਾਲ ਹੈ, ਅਸੀਂ ਉਹਦਾ ਜਵਾਬ ਲੈਣ ਵਾਸਤੇ ਆਏ ਹਾਂ। ਉਹ ਕਹਿਣ ਲੱਗੇ, ਦੱਸੋ ਜੀ। ਮਹਾਂਪੁਰ ਕਹਿਣ ਲੱਗੇ, ਜਦੋਂ 1756-1699 ਦੀ ਵਿਸਾਖੀ ਨੂੰ ਖਾਲਸੇ ਪੰਥ ਦੀ ਸਿਰਜਣਾ ਹੋਈ, ਉਸ ਵੇਲੇ ਇੰਨਾ ਜ਼ਿਕਰ ਤਾਂ ਸਾਰੇ ਇਤਿਹਾਸਕਾਰਾਂ ਨੇ ਲਿਖਿਆ ਅਤੇ ਪ੍ਰਚਾਰਕ ਵੀ ਸੁਣਾਉਂਦੇ ਨੇ ਬਈ ਗੁਰੂ ਮਹਾਰਾਜ ਨੇ 5 ਪਿਆਰਿਆਂ ਨੂੰ ਅੰਮ੍ਰਿਤ ਛਕਾਇਆ ਅਤੇ ਫਿਰ ਉਹਨਾਂ ਤੋਂ ਛਕਿਆ। ਬਾਕੀ ਗੁਰੂ ਕੇ ਮਹਿਲ ਅਤੇ ਗੁਰੂ ਕੇ ਸਾਹਿਬਜ਼ਾਦੇ, ਗੁਰੂ ਪਰਿਵਾਰ ਨੇ ਕਦੋਂ ਅੰਮ੍ਰਿਤ ਛਕਿਆ, ਇਹਦਾ ਕੋਈ ਵੇਰਵਾ ਨਹੀਂ ਮਿਲਿਆ। ਇਹ ਬਚਨ ਸੁਣਦਿਆਂ ਸਾਰ ਬਾਬਾ ਸਪੂਰਨ ਸਿੰਘ ਜੀ ਸੋਢੀ ਬੜੇ ਸਿਦਕੀ ਸਿੱਖ ਸਨ, ਗੁਰੂ ਦੇ ਪਿਆਰ ਵਾਲੇ ਸਨ। ਉਹਨਾਂ ਦੀ ਅੱਖਾਂ ਵਿੱਚ ਅੱਥਰੂ ਆ ਗਏ। ਕਹਿਣ ਲੱਗੇ, ਤੁਸੀਂ ਇਹ ਸੋਚੋ, ਜਿਸ ਅੰਮ੍ਰਿਤ ਦੀ ਦਾਤ ਪ੍ਰਾਪਤ ਕਰਨ ਦੇ ਲਈ 5 ਪਿਆਰਿਆਂ ਨੇ ਸਿਰ ਭੇਟਾ ਕੀਤੇ ਅਤੇ ਕਲਗੀਧਰ ਪਾਤਸ਼ਾਹ ਨੇ ਉਸ ਅੰਮ੍ਰਿਤ ਦੀ ਦਾਤ ਪ੍ਰਾਪਤ ਕਰਨ ਨੂੰ ਸਰਬੰਸ ਵਾਰਨ ਦਾ ਬਚਨ ਦਿੱਤਾ, ਅੰਮ੍ਰਿਤ ਦੀ ਦਾਤ ਪ੍ਰਾਪਤ ਕੀਤੀ। ਇੰਨੀ ਅਮੋਲਕ ਦਾਤ ਤੋਂ ਗੁਰੂ ਮਹਾਰਾਜ ਆਪਣੇ ਪਰਿਵਾਰ ਨੂੰ ਕਿਵੇਂ ਵਾਂਝਾ ਰੱਖ ਸਕਦੇ ਸਨ। ਇਹ ਇੱਕ ਅਹਿਮ ਸਵਾਲ ਸੀ। ਬਾਬਾ ਸਪੂਰਨ ਸਿੰਘ ਜੀ ਨੇ ਦੱਸਿਆ, ਜਦੋਂ ਜਿਹੜੀ ਹੁਣ ਤਖਤ ਕੇਸਗੜ੍ਹ ਸਾਹਿਬ ਜੀ ਦੀ ਇਮਾਰਤ ਹੈ, ਇਸ ਇਮਾਰਤ ਬਣੀ ਨੂੰ ਬਹੁਤਾ ਲੰਬਾ ਸਮਾਂ ਨਹੀਂ ਹੋਇਆ। ਇਸ ਤੋਂ ਪਹਿਲਾਂ ਜਿਹੜੀ ਇਮਾਰਤ ਸੀ ਉਹਦੇ ਬਾਰੇ ਉਹਨਾਂ ਨੇ ਜ਼ਿਕਰ ਕੀਤਾ ਸੀ ਵੀ ਜਦੋਂ ਉਹ ਇਮਾਰਤ ਦੀ ਸੇਵਾ ਹੋਈ, ਉਸ ਵੇਲੇ ਮੈਂ ਇੱਥੇ ਹਾਜ਼ਰ ਸੀ, ਜਿੱਥੇ ਤਖਤ ਸ੍ਰੀ ਕੇਸਗੜ੍ਹ ਸਾਹਿਬ ਅਸਲੀ ਅਸਥਾਨ ਹੈ, ਜਿੱਥੇ ਹੁਣ ਸ਼ਸਤਰ ਸਜਾਏ ਜਾਂਦੇ ਨੇ। ਉਸ ਜਗ੍ਹਾ 'ਤੇ ਇੱਕ ਪੁਰਾਤਨ ਅਸਥਾਨ ਸੀ। ਜਦੋਂ ਉਸ ਨੂੰ ਵਧਾ ਕੇ ਨਵਾਂ ਸਥਾਨ ਬਣਾਉਣ ਲੱਗੇ, ਉਸ ਜਗ੍ਹਾ ਦੀ ਨਿਉਂ ਪੱਟੀ ਜਾ ਰਹੀ ਸੀ।
ਉਸ ਨਿਉ ਪੱਟਣ ਦੇ ਸਮੇਂ ਉੱਥੋਂ ਤਾਂਬੇ ਦੇ ਪੱਤਰੇ ਮਿਲੇ ਸਨ, ਜਿਨ੍ਹਾਂ ਉੱਤੇ ਸਾਰੀ ਇਬਾਰਤ ਲਿਖੀ ਮਿਲਦੀ ਸੀ। ਉਸ ਤਾਂਬੇ ਦੇ ਪੱਤਰਿਆਂ ਉੱਤੇ ਇਹ ਉਕਰਿਆ ਹੋਇਆ ਸੀ। ਇਹ ਇੱਕ ਪੁਖਤਾ ਸਬੂਤ ਸੀ ਬਈ ਉਹਦੇ ਉੱਤੇ ਲਿਖਿਆ ਹੋਇਆ ਸੀ ਵੀ ਜਦੋਂ ਗੁਰੂ ਮਹਾਰਾਜ ਨੇ ਖਾਲਸੇ ਪੰਥ ਦੀ ਸਿਰਜਣਾ ਕੀਤੀ, ਉਹ ਸੰਮਤ ਅਤੇ ਉਹ ਸਮਾਂ, ਅਤੇ ਨਾਲ ਦੀ ਨਾਲ ਇਹ ਵੀ ਲਿਖਿਆ ਹੋਇਆ ਸੀ ਵੀ ਜਦੋਂ ਗੁਰੂ ਮਹਾਰਾਜ ਨੇ ਖਾਲਸੇ ਪੰਥ ਦੀ ਸਿਰਜਣਾ ਕੀਤੀ, 5 ਪਿਆਰਿਆਂ ਨੂੰ ਅੰਮ੍ਰਿਤ ਛਕਾਇਆ, ਫਿਰ ਉਹਨਾਂ ਤੋਂ ਆਪ ਵੀ ਛਕਿਆ। ਉਸ ਵੇਲੇ ਗੁਰੂ ਮਹਾਰਾਜ ਦਾ ਪਰਿਵਾਰ, ਗੁਰੂ ਕੇ ਮਹਿਲ, ਮਾਤਾ ਜੀ, ਉਹ ਵੀ ਸਾਰੇ ਨਾਲ ਹੀ ਅੰਮ੍ਰਿਤ ਛਕ ਕੇ ਤਿਆਰ ਬਰ ਤਿਆਰ ਹੋ ਗਏ ਸਨ। ਸਾਹਿਬਜ਼ਾਦਾ ਅਜੀਤ ਸਿੰਘ ਜੀ ਦਾ ਜਨਮ ਵੀ ਹੋ ਚੁੱਕਿਆ ਸੀ, ਉਹਨਾਂ ਨੇ ਵੀ ਨਾਲ ਹੀ ਅੰਮ੍ਰਿਤਪਾਨ ਕੀਤਾ। ਫਿਰ ਜਿਵੇਂ ਜਿਵੇਂ ਬਾਕੀ ਸਾਹਿਬਜ਼ਾਦੇ ਪ੍ਰਗਟ ਹੁੰਦੇ ਗਏ ਅਤੇ 5 ਸਾਲ ਦੀ ਉਮਰ ਤੱਕ ਸਾਰਿਆਂ ਨੂੰ ਹੀ ਅੰਮ੍ਰਿਤ ਛਕਾਇਆ ਗਿਆ ਸੀ। ਹੁਣ ਇਸ ਇਬਾਰਤ ਤੋਂ ਪਤਾ ਲੱਗਦਾ ਹੈ ਬਈ ਗੁਰੂ ਮਹਾਰਾਜ ਦੇ ਸਮੇਂ, ਠੀਕ ਹੈ, ਇਤਿਹਾਸਕਾਰਾਂ ਤੋਂ ਕੋਈ ਨਾ ਕੋਈ ਉਕਾਈ ਰਹਿ ਸਕਦੀ ਹੈ, ਪਰ ਗੁਰੂ ਮਹਾਰਾਜ ਸੱਚੇ ਪਾਤਸ਼ਾਹ ਭੁੱਲ ਗੁਰੂ ਕਰਤਾਰ ਨੇ, ਉਹ ਕਦੇ ਵੀ ਕੋਤਾਹੀ ਨਹੀਂ ਸੀ ਕਰ ਸਕਦੇ ਵੀ ਇਸ ਅੰਮ੍ਰਿਤ ਦੀ ਦਾਤ ਨੂੰ ਆਪ ਲੈਂਦੇ ਅਤੇ ਪਰਿਵਾਰ ਨੂੰ ਨਾ ਛਕਾਉਂਦੇ। ਮਹਾਂਪੁਰਖਾਂ ਨੇ ਸਾਰੀ ਇਬਾਰਤ ਉੱਥੋਂ ਲਿਖ ਕੇ ਅਤੇ ਫਿਰ ਇੱਥੇ ਜਿਹੜੇ 9ਵੀਂ ਟਕਸਾਲ ਦੇ ਵਿੱਚ ਸਾਰੇ ਵਿਦਿਆਰਥੀਆਂ ਨੂੰ ਆਖਿਆ ਵੀ ਇਹਨੂੰ ਲਿਖੋ ਅਤੇ ਇਹਨੂੰ ਪੜ੍ਹੋ ਅਤੇ ਇਹਨੂੰ ਪ੍ਰਚਾਰੋ। ਜਿੱਥੇ ਮਹਾਂਪੁਰਖ ਜਾਂਦੇ ਫਿਰ ਇਸ ਇਬਾਰਤ ਦੇ ਬਾਰੇ ਸੰਗਤਾਂ ਨੂੰ ਜਾਣਕਾਰੀ ਦਿੰਦੇ। ਭਾਈ ਗੁਰੂ ਮਹਾਰਾਜ ਨੇ ਜਦੋਂ ਆਪ ਅੰਮ੍ਰਿਤ ਛਕਿਆ ਅਤੇ ਨਾਲ ਆਪਣੇ ਮਹਿਲਾਂ ਨੂੰ ਵੀ, ਮਾਤਾ ਜੀ ਨੂੰ ਵੀ ਅਤੇ ਆਪਣੇ ਸਾਹਿਬਜ਼ਾਦਿਆਂ ਨੂੰ, ਸਾਰਿਆਂ ਨੂੰ ਅੰਮ੍ਰਿਤ ਛਕਾਇਆ ਸੀ। ਦੀਨ ਦਇਆਲ ਭਰੋਸੇ ਤੇਰੇ, ਸਭ ਪਰਿਵਾਰ ਚੜ੍ਹਾਇਆ ਬੇੜੇ। ਅਤੇ ਇਸ ਇਬਾਰਤ ਤੋਂ ਸਾਨੂੰ ਵੀ ਪ੍ਰੇਰਨਾ ਮਿਲਦੀ ਹੈ ਕਿ ਹੁਣ ਵਿਸਾਖੀ ਦਾ ਪੁਰਬ, ਖਾਲਸੇ ਦਾ ਸਾਜਨਾ ਦਿਵਸ ਆ ਗਿਆ ਹੈ, ਅਤੇ ਹੁਣ ਆਪਾਂ ਵੀ ਖੰਡੇ ਬਾਟੇ ਦਾ ਅੰਮ੍ਰਿਤ ਛਕ ਕੇ ਕਲਗੀਧਰ ਪਾਤਸ਼ਾਹ ਦੇ ਫਰਜ਼ੰਦ, ਉਹਨਾਂ ਦੇ ਸਾਹਿਬਜ਼ਾਦੇ ਬਣੀਏ, ਅਤੇ ਫਿਰ ਹੀ ਅਸੀਂ ਵਧਾਈ ਦੇ ਹੱਕਦਾਰ ਬਣ ਸਕਦੇ ਹਾਂ। ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਸਾਡੇ ਸਾਰਿਆਂ 'ਤੇ ਮਿਹਰ ਕਰਨ। ਆਪਾਂ ਜਿਨ੍ਹਾਂ ਦੇ ਨਾਮ ਦੇ ਨਾਲ ਸਿੰਘ ਅਤੇ ਜਿਨ੍ਹਾਂ ਬੀਬੀਆਂ ਦੇ ਨਾਮ ਦੇ ਨਾਲ ਕੌਰ ਸ਼ਬਦ ਲੱਗਿਆ ਹੋਇਆ ਹੈ, ਸਿੰਘ ਅਤੇ ਕੌਰ, ਇਹ 2 ਜਿਹੜੇ ਸ਼ਬਦ ਨੇ ਨਾ, ਇਹ ਗੁਰੂ ਮਹਾਰਾਜ ਨੇ ਖਾਲਸੇ ਨੂੰ ਪ੍ਰਦਾਨ ਕੀਤੇ ਨੇ, ਹਰ ਗੁਰਸਿੱਖ ਮਾਈ ਭਾਈ ਨੂੰ। ਅਸੀਂ ਜਦੋਂ ਵੀ ਕਿਸੇ ਦਾ ਕੋਈ ਚਿੱਠੀ ਲਿਖਣੀ ਹੈ ਜਾਂ ਸਾਈਨ ਕਰਨੇ ਨੇ ਜਾਂ ਕੋਈ ਕਾਰਡ ਵਗੈਰਾ ਵੀ ਛਪਾਉਣੇ ਨੇ, ਉਸ ਵੇਲੇ ਸਿੰਘ ਅਤੇ ਕੌਰ ਸ਼ਬਦ ਦੀ ਵਰਤੋਂ ਸਾਨੂੰ ਲਾਜ਼ਮੀ ਕਰਨੀ ਚਾਹੀਦੀ ਹੈ, ਕਿਉਂਕਿ ਗੁਰੂ ਦੇ ਬਖਸ਼ੇ ਲਫ਼ਜ਼ ਨੇ। ਸਿੰਘ ਦਾ ਅਰਥ ਹੁੰਦਾ ਸ਼ੇਰ, ਮਰਦ, ਦਲੇਰ। ਅਤੇ ਜਿਹੜਾ ਕੌਰ ਸ਼ਬਦ ਹੈ, ਜਿਵੇਂ ਬਾਦਸ਼ਾਹ ਦੇ ਵੱਡੇ ਪੁੱਤਰ ਨੂੰ ਯੁਵਰਾਜ ਕਿਹਾ ਜਾਂਦਾ ਸੀ, ਅਤੇ ਜਿਹੜਾ ਛੋਟਾ ਪੁੱਤਰ ਸੀ ਉਹਨੂੰ ਕੌਰ ਕਿਹਾ ਜਾਂਦਾ ਸੀ। ਕੁਏਰ ਜਾਂ ਕੌਰ ਸ਼ਬਦ ਇਹ ਰਾਜਕੁਮਾਰ ਦੇ ਲਈ ਵਰਤਿਆ ਜਾਂਦਾ ਸੀ। ਇਹਦਾ ਮਤਲਬ ਇਹ ਹੈ ਵੀ ਜਿਹੜੇ ਅੰਮ੍ਰਿਤਧਾਰੀ ਸਿੰਘ ਨੇ ਉਹ ਕਲਗੀਧਰ ਪਾਤਸ਼ਾਹ ਦੇ ਵੱਡੇ ਪੁੱਤਰ ਨੇ ਅਤੇ ਬੀਬੀਆਂ ਛੋਟੇ ਪੁੱਤਰ ਨੇ, ਹੈ ਦੋਨਾਂ ਹੀ ਸਪੁੱਤਰ, ਹੈ ਗੁਰੂ ਦੀ ਔਲਾਦ। ਇਸ ਲਈ ਸਿੰਘ ਅਤੇ ਕੌਰ ਸ਼ਬਦ ਸਾਨੂੰ ਸਾਰਿਆਂ ਨੂੰ ਚਾਹੀਦਾ ਬੋਲਣ ਦੇ ਸਮੇਂ, ਲਿਖਣ ਦੇ ਸਮੇਂ, ਸਾਈਨ ਕਰਨ ਦੇ ਸਮੇਂ ਸਿੰਘ ਅਤੇ ਕੌਰ ਸ਼ਬਦ ਦੀ ਵਰਤੋਂ ਜ਼ਰੂਰ ਕੀਤੀ ਜਾਵੇ। ਨੰਬਰ 2 'ਤੇ ਕੌਰ ਅਤੇ ਸਿੰਘ ਸ਼ਬਦ ਜਿਨ੍ਹਾਂ ਦੇ ਨਾਮ ਦੇ ਨਾਲ ਜੁੜਿਆ ਹੋਇਆ ਹੈ, ਅਤੇ ਉਹਨਾਂ ਸਾਰਿਆਂ ਨੂੰ ਹੀ ਖੰਡੇ ਬਾਟੇ ਦਾ ਅੰਮ੍ਰਿਤ ਵੀ ਜ਼ਰੂਰ ਛਕਣਾ ਚਾਹੀਦਾ। ਕਿਉਂ? ਜਦੋਂ ਆਪਾਂ ਪੁਰਾਣਾ ਇਤਿਹਾਸ ਪੜ੍ਹਦੇ ਹਾਂ ਨਾ, ਉਸ ਵੇਲੇ ਪਹਿਲਾਂ ਜਿਹੜੇ ਗੁਰਸਿੱਖਾਂ ਦੇ ਨਾਮ ਸਨ, ਉਹਨਾਂ ਦੇ ਨਾਲ ਸਿੰਘ ਅਤੇ ਬੀਬੀਆਂ ਦੇ ਨਾਮ ਦੇ ਨਾਲ ਕੌਰ ਸ਼ਬਦ ਨਹੀਂ ਸੀ ਵਰਤਿਆ ਜਾਂਦਾ।
ਅੰਮ੍ਰਿਤ ਛਕਣ ਤੋਂ ਬਾਅਦ ਸਿੰਘ ਤੇ ਕੌਰ ਸ਼ਬਦ ਇਹ ਨਾਲ ਵਰਤੇ ਜਾਂਦੇ ਸਨ। ਹੁਣ ਠੀਕ ਹੈ, ਜਦੋਂ ਆਪਾਂ ਬੱਚਿਆਂ ਦਾ ਨਾਮ ਰੱਖਦੇ ਹਾਂ ਉਸ ਵੇਲੇ ਤੋਂ ਹੀ ਸਿੰਘ ਤੇ ਕੌਰ ਸ਼ਬਦ ਨਾਲ ਜੋੜ ਦਿੱਤਾ ਜਾਂਦਾ, ਚੰਗੀ ਗੱਲ ਹੈ। ਪਰ ਜਿਹੜਾ ਅਸਲੀ ਸਿੰਘ ਤੇ ਕੌਰ ਸ਼ਬਦ ਦਾ ਮਾਇਨਾ ਹੈ ਉਹ ਅਸੀਂ ਭੁੱਲ ਜਾਂਦੇ ਹਾਂ ਵੀ ਇਹ ਅੰਮ੍ਰਿਤਧਾਰੀਆਂ ਦੇ ਨਾਮ ਦੇ ਨਾਲ ਹੀ ਸਿੰਘ ਤੇ ਕੌਰ ਸ਼ਬਦ ਲੱਗਦਾ। ਅਤੇ ਸਾਨੂੰ ਇਹ ਵੀ ਗੱਲਾਂ ਵਿਚਾਰਨੀਆਂ ਚਾਹੀਦੀਆਂ ਨੇ। ਚਲੋ ਜੇ ਹੁਣ ਤੱਕ ਨਹੀਂ ਵੀ ਅੰਮ੍ਰਿਤ ਛਕਿਆ ਸਿੰਘ ਤੇ ਕੌਰ ਨਾਮ ਵਾਲਿਆਂ ਨੇ, ਭਾਈ ਹੁਣ ਇਹ ਸੁਨਹਿਰੀ ਸਮਾਂ ਸਾਨੂੰ ਸਤਿਗੁਰੂ ਨੇ ਬਖਸ਼ਿਸ਼ ਕੀਤਾ ਹੈ। ਕੱਲ੍ਹ ਨੂੰ 14 ਅਪ੍ਰੈਲ ਨੂੰ ਗੁਰਦੁਆਰਾ ਦੂਖ ਨਿਵਾਰਨ ਸਾਹਿਬ ਵਿਖੇ ਅੰਮ੍ਰਿਤ ਸੰਚਾਰ ਹੋ ਰਿਹਾ ਹੈ। ਸਾਰੇ ਮਾਈ ਭਾਈ ਜਿਨ੍ਹਾਂ ਨੇ ਅੰਮ੍ਰਿਤ ਨਹੀਂ ਛਕਿਆ ਉਹ ਭਾਈ ਅੰਮ੍ਰਿਤ ਛਕੋ, ਗੁਰੂ ਮਹਾਰਾਜ ਦੇ ਸਪੂਤ ਬਣੋ ਅਤੇ ਕਲਗੀਧਰ ਪਾਤਸ਼ਾਹ ਦੀਆਂ ਖੁਸ਼ੀਆਂ ਪ੍ਰਾਪਤ ਕਰੋ ਅਤੇ ਨਾਲ ਵਧਾਈ ਦੇ ਪਾਤਰ ਬਣੋ। ਵਧਾਈ ਦੇ ਪਾਤਰ ਤਾਂ ਹੀ ਬਣਾਂਗੇ ਜੇ ਆਪਾਂ ਗੁਰੂ ਮਹਾਰਾਜ ਦੇ ਫਰਜ਼ੰਦ ਬਣ ਜਾਵਾਂਗੇ। ਸੋ ਆਪ ਸੰਗਤਾਂ ਲੜੀਵਾਰ ਕਥਾ ਸਰਵਣ ਕਰਦੇ ਹੋ। ਮਲਾਰ ਰਾਗ ਦੇ ਆਰੰਭ ਦੇ ਵਿੱਚ ਸਾਡੇ ਸਿੱਖਾਂ ਦੇ ਪ੍ਰਥਮ ਗੁਰੂ ਜਾਹਰ ਪੀਰ ਜਗਤ ਗੁਰ ਬਾਬਾ ਧੰਨ ਧੰਨ ਸ੍ਰੀ ਗੁਰੂ ਨਾਨਕ ਦੇਵ ਮਹਾਰਾਜ, ਉਹਨਾਂ ਦੀ ਪਵਿੱਤਰ ਬਾਣੀ ਦੇ 9 ਸ਼ਬਦ ਆਰੰਭ ਦੇ ਵਿੱਚ ਲਿਖੇ ਸਨ, ਜਿਨ੍ਹਾਂ ਦੀ ਸੰਪੂਰਨਤਾ ਹੋ ਚੁੱਕੀ ਹੈ। ਹੁਣ ਅੱਗੇ ਮਲਾਰ ਰਾਗ ਦੇ ਅੰਦਰ ਤੀਜੇ ਗੁਰ ਦੇ ਗੁਰੂ ਅਮਰਦਾਸ ਮਹਾਰਾਜ ਦੇ ਚੌਪਦੇ ਸ਼ਬਦ ਆਰੰਭ ਹੋ ਰਹੇ ਨੇ। ਮੈਂ ਇਹ ਵੀ ਬੇਨਤੀ ਕਰ ਦੇਵਾਂ, ਇਹ ਜਿਹੜਾ ਵਿਸਾਖੀ ਦਾ ਤਿਉਹਾਰ ਹੈ ਜਾਂ ਵਿਸਾਖੀ ਦਾ ਪੁਰਬ ਹੈ ਜਾਂ ਇਹ ਵਿਸਾਖੀ ਦਾ ਦਿਹਾੜਾ ਹੈ, ਇਹ ਹੈ ਤੇ ਪ੍ਰਾਚੀਨ ਕਾਲ ਤੋਂ ਤੁਰਿਆ ਆ ਰਿਹਾ। ਆ ਜਿਵੇਂ ਹੁਣ ਵਿਸਾਖੀ ਹੈ, ਦੀਪਮਾਲਾ ਹੈ, ਦੁਸਹਿਰਾ ਹੈ, ਹੋਲੀ, ਇਹ ਪੁਰਾਣੇ ਤਿਉਹਾਰ ਸਨ। ਪਰ ਗੁਰੂ ਮਹਾਰਾਜ ਸੱਚੇ ਪਾਤਸ਼ਾਹ ਨੇ ਇਹਨਾਂ ਤਿਉਹਾਰਾਂ ਦੀ ਨੁਹਾਰ ਬਦਲ ਕੇ ਇਹਨਾਂ ਨੂੰ ਸਿੱਖੀ ਜਾਹੋ ਜਲਾਲ ਦਾ ਪ੍ਰਤੀਕ ਬਣਾ ਦਿੱਤਾ ਸੀ। ਇਸੇ ਲਈ ਇਹ ਜਿਹੜਾ ਵਿਸਾਖੀ ਦਾ ਤਿਉਹਾਰ ਹੈ, ਇਹਦੇ ਬਾਰੇ ਇਤਿਹਾਸ ਵਿੱਚ ਲਿਖਿਆ ਮਿਲਦਾ ਹੈ। ਸਭ ਤੋਂ ਪਹਿਲਾਂ ਗੁਰੂ ਅਮਰਦਾਸ ਮਹਾਰਾਜ ਸੱਚੇ ਪਾਤਸ਼ਾਹ ਨੇ ਗੁਰਸਿੱਖ ਸੰਗਤਾਂ ਨੂੰ ਇਹ ਹੁਕਮ ਕੀਤਾ ਸੀ, ਹੁਕਮਨਾਮੇ ਭੇਜ ਕੇ ਵੀ ਵਿਸਾਖੀ ਵਾਲੇ ਦਿਨ ਸਾਰੀਆਂ ਸੰਗਤਾਂ ਗੋਇੰਦਵਾਲ ਸਾਹਿਬ ਆਓ ਔਰ ਇੱਥੇ ਆ ਕੇ ਗੁਰੂ ਦੇ ਅਸਥਾਨ ਦੇ ਦਰਸ਼ਨ ਦੀਦਾਰੇ ਕਰੋ। ਇਹ ਵਿਸਾਖੀ ਦੇ ਮਨਾਉਣ ਦੀ ਪਰੰਪਰਾ ਕਿਉਂ ਚੱਲੀ, ਕਿਵੇਂ ਚੱਲੀ, ਇਹਦੇ ਬਾਰੇ ਇਤਿਹਾਸ ਵਿੱਚ ਲਿਖਿਆ ਹੋਇਆ ਹੈ। ਭਾਈ ਪਾਰੋ ਜੀ ਜੋਲਕਾ ਜਿਨ੍ਹਾਂ ਦੀ ਅੱਲ ਸੀ, ਬ੍ਰਹਮ ਗਿਆਨੀ ਗੁਰਸਿੱਖ ਸਨ। ਭਾਈ ਪਾਰੋ ਜੀ 'ਤੇ ਇੰਨੀ ਗੁਰੂ ਦੀ ਮਿਹਰ ਸੀ, ਇਹਨਾਂ ਤੋਂ ਪ੍ਰਸੰਨ ਹੋ ਕੇ ਇੱਕ ਵਾਰ ਗੁਰੂ ਅਮਰਦਾਸ ਮਹਾਰਾਜ ਨੇ ਬਚਨ ਕੀਤਾ ਸੀ ਕਿ ਭਾਈ ਪਾਰੋ ਜੀ, ਤੁਹਾਨੂੰ ਵੇਖ ਕੇ ਸਾਡੇ ਮਨ ਦੇ ਵਿੱਚ ਕਦੀ ਕਦੀ ਇਹ ਖਿਆਲ ਆਉਂਦਾ ਹੈ ਵੀ ਤੁਹਾਡੇ 'ਤੇ ਇੰਨੀ ਅਕਾਲ ਪੁਰਖ ਵਾਹਿਗੁਰੂ ਦੀ ਕਿਰਪਾ ਹੈ, ਹੁਣ ਸਾਡਾ ਸਰੀਰ ਬਿਰਧ ਹੋਣ ਜਾ ਰਿਹਾ, ਅਸੀਂ ਤੁਹਾਨੂੰ ਗੁਰੂ ਨਾਨਕ ਦਾ ਤਖਤ ਬਖਸ਼ਿਸ਼ ਕਰ ਦਈਏ। ਅਤੇ ਅੱਗੋਂ ਭਾਈ ਪਾਰੋ ਜੀ ਬ੍ਰਹਮ ਗਿਆਨੀ ਸਨ, ਹੱਥ ਜੋੜ ਕੇ ਕਹਿਣ ਲੱਗੇ, ਸੱਚੇ ਪਾਤਸ਼ਾਹ, ਤਖਤ ਰਾਜਾ ਸੋ ਬਹਿ ਜੇ ਤਖਤ ਲਾਇਕ ਹੋਏ। ਜਿਹੜਾ ਇਸ ਗੁਰਤਾ ਦੇ ਤਖਤ ਦਾ ਮਾਲਕ ਹੋਵੇਗਾ ਉਹ ਇਸ 'ਤੇ ਜਿਹੜਾ ਲਾਇਕ ਹੋਇਆ ਅਤੇ ਉਹੀ ਬਣੇਗਾ। ਮੈਂ ਤਾਂ ਗੁਰੂ ਘਰ ਦਾ ਨਿਮਾਣਾ ਜਿਹਾ ਸਿੱਖ ਹਾਂ ਅਤੇ ਮੈਂ ਤਾਂ ਸਿੱਖ ਹੀ ਬਣਿਆ ਰਹਿਣਾ ਚਾਹੁੰਦਾ, ਮੈਨੂੰ ਸਿੱਖੀ ਦੀ ਦਾਤ ਬਖਸ਼ੋ। ਅਤੇ ਉਸ ਵੇਲੇ ਗੁਰੂ ਅਮਰਦਾਸ ਮਹਾਰਾਜ ਸੱਚੇ ਪਾਤਸ਼ਾਹ ਨੇ ਬਚਨ ਕੀਤਾ ਸੀ, ਭਾਈ ਪਾਰੋ ਜੀ, ਅਸੀਂ ਤੁਹਾਨੂੰ ਆਪਣੇ ਨਾਲੋਂ ਵੱਖ ਨਹੀਂ ਦੇਖ ਸਕਦੇ। ਫਿਰ ਭਾਈ ਪਾਰੋ ਜੀ ਕਹਿਣ ਲੱਗੇ, ਜੇ ਇਹ ਗੱਲ ਹੈ, ਗੁਰੂ ਸਿੱਖ ਗੁਰੂ ਹੈ, ਇਹ ਕੋ ਗੁਰ ਉਪਦੇਸ਼ ਚਲਾਏ। ਜੇ ਤੁਸੀਂ ਚਾਹੁੰਦੇ ਹੋ ਕਿ ਮੈਂ ਵੱਖ ਨਹੀਂ ਦੇਖ ਸਕਦਾ,
ਫਿਰ ਮੈਂ ਪੰਜ ਭੌਤਿਕ ਸਰੀਰ ਤਿਆਗ ਕੇ ਆਪਣੀ ਆਤਮਾ ਨੂੰ ਗੁਰੂ ਜੋਤ ਵਿੱਚ ਅਭੇਦ ਕਰ ਦੇਣਾ ਹਾਂ। ਚਲੋ ਸਿੱਖ ਅਤੇ ਗੁਰੂ ਇੱਕ ਰੂਪ ਹੋ ਸਕਦੇ ਨੇ। ਭਾਈ ਪਾਰੋ ਜੀ ਆਪਣੀ ਇੱਛਾ ਅਨੁਸਾਰ ਸਰੀਰ ਤਿਆਗ ਕੇ ਅਤੇ ਗੁਰੂ ਸਿੱਖ, ਸਿੱਖ ਗੁਰੂ ਹੈ, ਗੁਰੂ ਜੋਤ ਵਿੱਚ ਅਭੇਦ ਹੋ ਗਏ। ਇੰਨੇ ਉਹ ਪਿਆਰ ਵਾਲੇ ਗੁਰਸਿੱਖ ਸਨ। ਉਹਨਾਂ ਨੇ ਬੇਨਤੀ ਕੀਤੀ, ਮਹਾਰਾਜ ਵੀ ਜਿਹੜੀਆਂ ਗੁਰੂ ਨਾਨਕ ਦੀਆਂ ਸੰਗਤਾਂ ਨੇ ਦੇਸ਼ਾਂ ਵਿਦੇਸ਼ਾਂ ਦੇ ਵਿੱਚ, ਦੂਰ ਦੁਰਾਡੇ, ਗਿਰਦਨਵਾਈ, ਆਲੇ ਦੁਆਲੇ ਸਾਰੇ ਹੀ ਥਾਵਾਂ 'ਤੇ ਨੇ, ਪਰ ਉਹਨਾਂ ਸੰਗਤਾਂ ਦੀ ਆਪਸ ਦੇ ਵਿੱਚ ਕੋਈ ਜਾਣ ਪਛਾਣ ਨਹੀਂ ਹੈ। ਕਿਉਂ? ਕਦੇ ਇਕੱਠੇ ਤਾਂ ਹੁੰਦੇ ਨਹੀਂ। ਜਦੋਂ ਕਿਸੇ ਦੀ ਇੱਛਾ ਹੁੰਦੀ ਹੈ ਉਹ ਆ ਜਾਂਦਾ ਹੈ, ਗੁਰੂ ਕੇ ਦਰਸ਼ਨ ਦੀਦਾਰੇ ਕਰਕੇ ਚਲਿਆ ਜਾਂਦਾ ਹੈ। ਜਿਤਨੇ ਵੀ ਗੁਰੂ ਨਾਨਕ ਨਾਮ ਲੇਵਾ ਗੁਰਸਿੱਖ ਮਾਈ ਭਾਈ ਨੇ, ਉਹਨਾਂ ਦੇ ਲਈ ਇੱਕ ਦਿਨ ਮੁਕਰਰ ਕੀਤਾ ਜਾਵੇ ਅਤੇ ਸਭ ਨੂੰ ਸੱਦਾ ਪੱਤਰ ਦਿੱਤਾ ਜਾਵੇ। ਫਿਰ ਸਾਰੀਆਂ ਸੰਗਤਾਂ ਇੱਕੋ ਹੀ ਸਮੇਂ 'ਤੇ, ਇੱਕੋ ਹੀ ਦਿਨ 'ਤੇ ਸਾਰੀਆਂ ਇਕੱਤਰ ਹੋਣ ਅਤੇ ਇੱਕ ਦੂਸਰੇ ਦੇ ਨਾਲ ਜਾਣ ਪਛਾਣ ਹੋਵੇਗੀ, ਪਿਆਰ ਵਧੇਗਾ ਅਤੇ ਇਹਦੇ ਨਾਲ ਗੁਰਸਿੱਖ ਸੰਗਤਾਂ ਦੇ ਮਨ ਦੇ ਵਿੱਚ ਇੱਕ ਭਾਰੀ ਉਤਸ਼ਾਹ ਵੀ ਹੋਵੇਗਾ ਅਤੇ ਨਾਲ ਸਿੱਖੀ ਦੀ ਪ੍ਰੇਰਨਾ ਵੀ ਮਿਲੇਗੀ। ਅਤੇ ਇਸ ਤਰ੍ਹਾਂ ਇਹ ਪੰਥ ਦਾ ਭਾਈਚਾਰਾ ਅੱਗੇ ਵੱਧ ਫੁੱਲ ਸਕਦਾ ਹੈ। ਭਾਈ ਪਾਰੋ ਜੀ ਦੀ ਬੇਨਤੀ ਨੂੰ ਪ੍ਰਵਾਨ ਕਰਕੇ ਅਤੇ ਗੁਰੂ ਅਮਰਦਾਸ ਮਹਾਰਾਜ ਨੇ ਵਿਸਾਖੀ ਦਾ ਦਿਨ ਚੁਣਿਆ ਸੀ। ਆਹ ਜਿਹੜੀ ਵਿਸਾਖੀ ਹੈ ਨਾ, ਖਾਲਸੇ ਦਾ ਸਾਜਨਾ ਦਿਵਸ। ਸਭ ਤੋਂ ਪਹਿਲਾਂ ਗੁਰੂ ਅਮਰਦਾਸ ਮਹਾਰਾਜ ਨੇ ਵਿਸਾਖੀ ਦਾ ਪੁਰਬ ਮਨਾਉਣ ਦਾ ਸਮੂਹਕ ਤੌਰ 'ਤੇ, ਕੌਮੀ ਪੱਧਰ 'ਤੇ, ਪੰਥਕ ਪੱਧਰ 'ਤੇ ਮਨਾਉਣ ਦਾ ਫੈਸਲਾ ਕੀਤਾ ਸੀ। ਅਤੇ ਫਿਰ ਉਸ ਤੋਂ ਬਾਅਦ ਗੁਰੂ ਰਾਮਦਾਸ ਮਹਾਰਾਜ ਸੋਢੀ ਸੁਲਤਾਨ ਸਤਿਗੁਰੂ ਬਣੇ। ਜਦੋਂ ਉਹ ਸ਼੍ਰੀ ਅੰਮ੍ਰਿਤਸਰ ਸਾਹਿਬ ਡਿੱਠੇ ਸਭੇ ਥਾਮ ਨਹੀਂ ਤੁਧ ਜਿਹਿਆ, ਬੱਧੋ ਪੁਰਖ ਵਿਧਾਤੈ ਤਾਂ ਤੂੰ ਸੋਹਿਆ, ਬਸਤੀ ਸਗਨੇ ਅਪਾਰ ਅਨੂਪ ਰਾਮਦਾਸਪੁਰ, ਹਰਹਾ ਨਾਨਕ ਕਸਮਲ ਜਾਏ ਨਾਇਆ ਰਾਮਦਾਸ। ਜਦੋਂ ਉਹ ਸੋਢੀ ਸੁਲਤਾਨ ਸਤਿਗੁਰੂ ਨੇ ਸ਼੍ਰੀ ਅੰਮ੍ਰਿਤਸਰ ਸਾਹਿਬ ਆਬਾਦ ਕੀਤਾ ਅਤੇ ਫਿਰ ਇਹ ਵਿਸਾਖੀ ਦਾ ਪੁਰਬ ਸੰਗਤਾਂ ਉੱਥੇ ਵੱਡੇ ਪੱਧਰ 'ਤੇ ਮਨਾਉਣ ਲੱਗ ਪਈਆਂ। ਕਿਉਂਕਿ ਜਿੱਥੇ ਗੁਰੂ ਜੋਤ ਬਿਰਾਜਮਾਨ ਸੀ, ਸੰਗਤਾਂ ਨੇ ਉੱਥੇ ਹੀ ਜਾਣਾ ਸੀ। ਗੁਰੂ ਅਮਰਦਾਸ ਮਹਾਰਾਜ ਦੇ ਸਮੇਂ ਗੋਇੰਦਵਾਲ ਸਾਹਿਬ ਵਿਖੇ ਸਭ ਤੋਂ ਪਹਿਲਾਂ ਵਿਸਾਖੀ ਦਾ ਤਿਉਹਾਰ ਮਨਾਇਆ ਜਾਣਾ ਆਰੰਭ ਹੋਇਆ ਅਤੇ ਫਿਰ ਸੋਢੀ ਸੁਲਤਾਨ ਸਤਿਗੁਰੂ ਦੇ ਸਮੇਂ ਫਿਰ ਇਹ ਸ਼੍ਰੀ ਅੰਮ੍ਰਿਤਸਰ ਸਾਹਿਬ ਵਿਖੇ, ਹੁਣ ਵੀ ਵਿਸਾਖੀ ਦੇ ਤਿਉਹਾਰ ਨੂੰ ਸ਼੍ਰੀ ਅੰਮ੍ਰਿਤਸਰ ਸਾਹਿਬ ਵਿਖੇ ਵਿਸ਼ੇਸ਼ ਤੌਰ 'ਤੇ ਮਨਾਇਆ ਜਾਂਦਾ। ਅਤੇ ਫਿਰ ਜਿੱਥੇ ਜਿੱਥੇ ਗੁਰੂ ਮਹਾਰਾਜ ਸੱਚੇ ਪਾਤਸ਼ਾਹ, ਜਿੱਥੇ ਗੁਰੂ ਜੋਤ ਬਿਰਾਜਮਾਨ ਹੁੰਦੀ ਰਹੀ, ਉੱਥੇ ਹੀ ਸੰਗਤਾਂ ਇਹ ਵਿਸਾਖੀ ਦਾ ਪੁਰਬ ਮਨਾਉਂਦੀਆਂ ਰਹੀਆਂ। ਫਿਰ ਕਲਗੀਧਰ ਪਾਤਸ਼ਾਹ ਦਾ ਸਮਾਂ ਆਇਆ ਅਤੇ ਉਹਨਾਂ ਨੇ ਵੀ ਇਸ ਦਿਨ ਸੰਗਤਾਂ ਇਕੱਤਰ ਹੁੰਦੀਆਂ ਸਨ। ਪਹਿਲਾਂ ਤੋਂ ਪਰੰਪਰਾ ਚੱਲੀ ਆ ਰਹੀ ਸੀ। ਫਿਰ ਖਾਲਸਾ ਪੰਥ ਦੀ ਸਿਰਜਣਾ ਲਈ ਵੀ ਉਹਨਾਂ ਨੇ ਇਹੀ ਦਿਨ ਚੁਣਿਆ, ਕਿਉਂਕਿ ਪਹਿਲਾਂ ਤੋਂ ਸੰਗਤਾਂ ਨੂੰ ਇਕੱਤਰਿਤ ਹੋਣ ਦਾ ਇੱਕ ਉਤਸ਼ਾਹ ਬਣਿਆ ਹੋਇਆ ਸੀ। ਇਉਂ ਪਹਿਲਾਂ ਇਸ ਵਿਸਾਖੀ ਦੇ ਪੁਰਬ ਦੀ ਸ਼ੁਰੂਆਤ ਗੁਰੂ ਅਮਰਦਾਸ ਮਹਾਰਾਜ ਦੇ ਸਮੇਂ ਹੋਈ। ਅੱਜ ਉਹੀ ਸਤਿਗੁਰੂ ਸਾਨੂੰ ਪਾਵਨ ਪਵਿੱਤਰ ਉਪਦੇਸ਼ ਬਖਸ਼ਿਸ਼ ਕਰ ਰਹੇ ਨੇ। ਆਪ ਸੰਗਤਾਂ ਪ੍ਰੇਮ ਦੇ ਨਾਲ ਸਰਵਣ ਕਰੋ ਅਤੇ ਇੱਕ ਵਾਰ ਪਿਆਰ ਦੇ ਨਾਲ ਆਖੋ, ਸਤਿਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਮਲਾਰ ਮਹੱਲਾ ਤੀਜਾ, ਚੌਪਦੇ ਘਰ ਪਹਿਲਾ, ਇੱਕ ਓੰਕਾਰ ਸਤਿਗੁਰ ਪ੍ਰਸਾਦਿ। ਮਲਾਰ ਮਹੱਲਾ ਤੀਜਾ, ਮਲਾਰ ਰਾਗ ਦਾ ਨਾਮ ਹੈ। ਮਹੱਲਾ ਤੀਜਾ, ਤੀਜੇ ਪਾਤਸ਼ਾਹ ਗੁਰੂ ਅਮਰਦਾਸ ਮਹਾਰਾਜ ਦੀ ਅੱਗੇ ਬਾਣੀ ਆਰੰਭ ਹੋ ਰਹੀ ਹੈ। ਚੌਪਦੇ, ਇਹ ਜਿਹੜੇ ਸ਼ਬਦ ਨੇ ਚੌਪਦੇ, ਚਾਰ ਚਾਰ ਪਦਿਆਂ ਵਾਲੇ। ਪਦਾ ਕਹਿੰਦੇ ਨੇ ਬੰਦ ਨੂੰ, ਅੰਕ ਨੂੰ, ਪੌੜੀ ਨੂੰ। ਇਹ ਚਾਰ ਚਾਰ ਪੌੜੀਆਂ ਵਾਲੇ ਸ਼ਬਦ ਅੱਗੇ ਗੁਰੂ ਅਮਰਦਾਸ ਮਹਾਰਾਜ ਦੇ ਆ ਰਹੇ ਨੇ। ਅਤੇ ਘਰ ਪਹਿਲਾ, ਪਹਿਲੇ ਘਰ ਸੁਰ ਤਾਲ ਦੇ ਵਿੱਚ ਹਜ਼ੂਰ ਨੇ
ਇਹ ਪਵਿੱਤਰ ਸ਼ਬਦ ਉਚਾਰਨ ਕੀਤੇ। ਸਭ ਤੋਂ ਪਹਿਲਾਂ ਮੰਗਲਾਚਰਨ ਲਿਖਿਆ, ਇੱਕ ਓੰਕਾਰ ਸਤਿਗੁਰ ਪ੍ਰਸਾਦ। ਉਹ ਅਕਾਲ ਪੁਰਖ ਵਾਹਿਗੁਰੂ ਇੱਕ ਅਦਵੈਤ ਸਰੂਪ ਹੈ। ਓੰਕਾਰ ਸਾਰਿਆਂ ਦਾ ਪ੍ਰਕਾਸ਼ਕ, ਸਤ ਨਾਸ ਤੋਂ ਰਹਿਤ ਅਤੇ ਗੁਰ ਪ੍ਰਸਾਦ ਗੁਰੂ ਦੀ ਕਿਰਪਾ ਨਾਲ ਪ੍ਰਾਪਤ ਹੁੰਦਾ ਹੈ। ਇਸ ਪਾਵਨ ਸ਼ਬਦ ਦੀਆਂ ਰਹਾਉ ਦੀਆਂ ਪੰਕਤੀਆਂ ਨੇ। ਹਾਜ਼ੂਰ ਦੇ ਚਰਨਾਂ ਵਿੱਚ ਗੁਰਸਿੱਖਾਂ ਨੇ ਬੇਨਤੀ ਕੀਤੀ, ਐ ਗਰੀਬਨ ਨਵਾਜ਼ ਸਤਿਗੁਰੂ ਜੀ, ਆਪ ਕਿਰਪਾ ਕਰਕੇ ਸਾਨੂੰ ਇਹ ਦੱਸੋ, ਸਾਡੇ ਜੀਵਨ ਦੀ ਸਫਲਤਾ ਕਿਵੇਂ ਹੋ ਸਕਦੀ ਹੈ? ਤਾਂ ਗੁਰੂ ਅਮਰਦਾਸ ਮਹਾਰਾਜ ਸੱਚੇ ਪਾਤਸ਼ਾਹ ਨੇ ਇਹਦਾ ਜਵਾਬ ਦਿੱਤਾ, ਜਦੋਂ ਅਸੀਂ ਵਾਹਿਗੁਰੂ ਦੇ ਭਾਣੇ ਵਿੱਚ ਰਹਿ ਕੇ ਜੀਵਤ ਭਾਵ ਤੋਂ ਮਰਨ ਦੀ ਕਲਾ ਸਿੱਖ ਲਈ ਤੇ ਫਿਰ ਸਾਡੇ ਜੀਵਨ ਦੀ ਸਫਲਤਾ ਹੋਣੀ। ਤੇ ਵਾਹਿਗੁਰੂ ਦੇ ਭਾਣੇ ਦੀ ਸੋਝੀ ਸਾਨੂੰ ਕਿੱਥੋਂ ਪ੍ਰਾਪਤ ਹੋ ਸਕਦੀ ਹੈ? ਤਾਂ ਗਰੀਬਨ ਨਵਾਜ਼ ਸਤਿਗੁਰੂ ਜੀ ਰਹਾਉ ਦੀਆਂ ਪੰਕਤੀਆਂ ਵਿੱਚ ਸ਼ਬਦ ਦਾ ਕੇਂਦਰੀ ਭਾਵ ਹੈ। ਉਹਨਾਂ ਪੰਕਤੀਆਂ ਦੁਆਰਾ ਉਪਦੇਸ਼ ਦਿੰਦੇ ਹਨ, ਆਪਣਾ ਭਾਣਾ ਆਪੇ ਜਾਣੈ, ਗੁਰ ਕਿਰਪਾ ਤੇ ਲਹੀਐ। ਆਪਣਾ ਭਾਣਾ ਜੋ ਉਸ ਅਕਾਲ ਪੁਰਖ ਵਾਹਿਗੁਰੂ ਦਾ ਆਪਣਾ ਭਾਣਾ ਹੈ, ਉਹਦੀ ਆਪਣੀ ਰਜ਼ਾ ਹੈ, ਉਹਦਾ ਹੁਕਮ ਹੈ, ਉਹਨੂੰ ਆਪ ਹੀ ਜਾਣ ਸਕਦਾ। ਕਰਤੇ ਕੀ ਮਿਤ ਕਰਤਾ ਜਾਣੈ, ਕਹਿ ਜਾਣੈ ਗੁਰ ਸੁਰ। ਹੁਕਮੀ ਹੋਵਨ ਆਕਾਰ, ਹੁਕਮ ਨਾ ਕਹਿਆ ਜਾਈ, ਹੁਕਮੀ ਹੋਵਨ ਜੀ ਹੁਕਮ ਮਿਲੈ ਵਡਿਆਈ। ਵਾਹਿਗੁਰੂ ਦਾ ਭਾਣਾ ਕਿਹੋ ਜਿਹਾ ਹੈ? ਉਹ ਬੜਾ ਵਿਆਪਕ ਹੈ। ਉਹਦੇ ਬਾਰੇ ਸਮਝਣਾ ਬਹੁਤ ਔਖੀ ਗੱਲ ਹੈ। ਜੇ ਉਸ ਨੂੰ ਸਮਝਣਾ ਹੋਵੇ ਤਾਂ ਗੁਰੂ ਨਾਨਕ ਸਾਹਿਬ ਜੀ ਨੇ ਸ੍ਰੀ ਆਸਾ ਜੀ ਦੀ ਵਾਰ ਦੇ ਵਿੱਚ ਫਰਮਾਇਆ ਹੈ, ਤੁਸੀਂ ਸੂਰਜ ਅਤੇ ਚੰਦਰਮਾ ਨੂੰ ਦੇਖੋ, ਪੌਣ ਪਾਣੀ ਹਵਾ ਨੂੰ ਦੇਖੋ, ਪੈ ਵਿੱਚ ਪਵਨ ਵਹਿ ਸਦ ਵਾਓ, ਪੈ ਵਿੱਚ ਚੱਲਹਿ ਲਖ ਦਰਿਆਓ, ਪੈ ਵਿੱਚ ਅਗਨ ਕੱਢੈ ਵਿਗਾਰ, ਪੈ ਵਿੱਚ ਧਰਤੀ ਦੱਬੀ ਪਾਰ। ਇਹ ਸਾਰਾ ਕੁਝ ਕਿਸੇ ਦੈਵੀ ਕਾਨੂੰਨ ਦੇ ਵਿੱਚ, ਰੱਬੀ ਹੁਕਮ ਦੇ ਵਿੱਚ ਹੋ ਰਿਹਾ। ਸੂਰਜ ਚੜ੍ਹਦਾ ਹੈ ਅਤੇ ਛਿਪ ਜਾਂਦਾ ਹੈ, ਰਾਤ ਆਉਂਦੀ ਹੈ ਅਤੇ ਚਲੀ ਜਾਂਦੀ ਹੈ। ਜਿੰਨੇ ਦਰਿਆ ਨੇ ਸਭ ਉਹਦੇ ਹੁਕਮ ਦੇ ਵਿੱਚ ਨੇ। ਇਸੇ ਲਈ ਹਜ਼ੂਰ ਕਹਿੰਦੇ ਆਪਣਾ ਭਾਣਾ ਆਪੇ ਜਾਣਾ। ਹੁਣ ਜਦੋਂ ਆਪਾਂ ਵਾਹਿਗੁਰੂ ਦੇ ਹੁਕਮ ਦੀ ਗੱਲ ਕਰਦੇ ਹਾਂ, ਹੁਣ ਜਦੋਂ ਕੋਈ ਬੱਚਾ ਪੈਦਾ ਹੁੰਦਾ ਮਾਤਾ ਦੀ ਗਰਭ ਦੇ ਵਿੱਚ, ਕਿਵੇਂ ਕਿਵੇਂ ਉਹਦਾ ਵਿਕਾਸ ਹੁੰਦਾ ਹੈ। ਅਤੇ ਜਦੋਂ ਡਾਕਟਰ ਇਸ ਗੱਲ ਨੂੰ ਸਕੈਨ 'ਤੇ ਸਾਨੂੰ ਦਿਖਾਉਂਦੇ ਨੇ, ਹੈਰਾਨ ਰਹਿ ਜਾਈਦਾ ਵੀ ਕਿਵੇਂ ਕਿਵੇਂ ਸਰੀਰ ਦਾ ਵਿਕਾਸ ਹੁੰਦਾ ਅਤੇ ਕਿਵੇਂ ਕਿਵੇਂ ਅੰਗ ਪ੍ਰਤੰਗ ਬਣਦੇ ਜਾਂਦੇ ਨੇ। ਇਹ ਸਭ ਕੁਝ ਹੁਕਮ ਦੀ ਖੇਡ ਹੈ। ਆਪਣਾ ਭਾਣਾ ਆਪੇ ਜਾਣੈ। ਆਪਣੇ ਭਾਣੇ ਨੂੰ ਉਹ ਅਕਾਲ ਪੁਰਖ ਵਾਹਿਗੁਰੂ ਆਪ ਹੀ ਜਾਣਦਾ ਹੈ। ਅਤੇ ਫਿਰ ਮਹਾਰਾਜ ਉਸ ਭਾਣੇ ਦਾ ਪਤਾ ਕਿਵੇਂ ਸਾਨੂੰ ਲੱਗੇ? ਗੁਰ ਕਿਰਪਾ ਤੇ ਲਹੀਏ। ਅਤੇ ਗੁਰੂ ਦੀ ਕਿਰਪਾ ਦੁਆਰਾ ਉਸ ਵਾਹਿਗੁਰੂ ਦੇ ਭਾਣੇ ਨੂੰ ਜਾਣਿਆ ਜਾਂਦਾ। ਵਾਹਿਗੁਰੂ ਆਪਣੇ ਭਾਣੇ ਨੂੰ ਆਪ ਜਾਣਦਾ ਅਤੇ ਜੇ ਉਸ ਭਾਣੇ ਦੇ ਬਾਰੇ ਕੁਛ ਸੋਝੀ ਹਾਸਿਲ ਕਰਨੀ ਹੈ ਅਤੇ ਹਜ਼ੂਰ ਕਹਿੰਦੇ ਗੁਰੂ ਦੀ ਕਿਰਪਾ ਨਾਲ ਉਹਦੇ ਬਾਰੇ ਕੁਛ ਪਤਾ ਲੱਗ ਸਕਦਾ ਹੈ, ਆਪਣੇ ਆਪ ਨਹੀਂ। ਇਹ ਸ਼ਕਤ ਸਿਵੈ ਘਰ ਆਵੈ, ਜੀਵਦਿਆਂ ਮਰ ਰਹੀ ਹੈ। ਇਹ ਸ਼ਕਤ ਸਿਵੈ ਘਰ ਆਵੈ। ਆਹ ਜਿਹੜੀ ਸਾਡੀ ਮਨ ਦੀ ਬਿਰਤੀ ਹੈ, ਇਹ ਸ਼ਕਤੀ ਦੇ ਘਰ ਦੇ ਵਿੱਚ, ਸ਼ਕਤੀ ਕਹਿੰਦੇ ਨੇ ਮਾਇਆ ਨੂੰ। ਮਾਇਆ ਵਿੱਚ 3 ਗੁਣ ਨੇ, ਰਾਜਗੁਣ, ਤਮ ਗੁਣ, ਸਤਗੁਣ ਕਹੀਏ। ਇਹ ਤੇਰੀ ਸਭ ਮਾਇਆ। ਇਹ ਸਾਡੀ ਜਿਹੜੀ ਮਨ ਦੀ ਬਿਰਤੀ ਹੈ, ਸਾਡੀ ਸੁਰਤ ਹੈ, ਉਹ ਸ਼ਕਤੀ ਦੇ ਘਰ ਦੇ ਵਿੱਚ ਹੀ, ਮਾਇਆ ਦੇ ਮੋਹ ਦੇ ਵਿੱਚ ਹੀ ਫਸੀ ਰਹਿੰਦੀ ਹੈ। ਸਿਵੈ ਘਰ ਆਵੈ। ਜਦੋਂ ਇਹ ਸਾਡੇ ਮਨ ਦੀ ਬਿਰਤੀ, ਸਾਡਾ ਧਿਆਨ ਮਾਇਆ ਵੱਲੋਂ ਹਟ ਕੇ ਸਿਵੈ ਘਰ, ਸਿਵੈ ਦਾ ਅਰਥ ਹੁੰਦਾ ਕਲਿਆਣ ਸਰੂਪ। ਕਲਿਆਣ ਸਰੂਪ ਦਾ ਘਰ ਕੀ ਹੈ? ਵਾਹਿਗੁਰੂ ਪਰਮੇਸ਼ਰ ਦਾ ਆਪਣਾ ਅਸਥਾਨ। ਜਦੋਂ ਇਹ ਸਾਡੀ ਬਿਰਤੀ ਮੋਹ ਮਾਇਆ ਦੇ ਚੱਕਰ ਵਿੱਚੋਂ ਨਿਕਲ ਕੇ ਸਿਵੈ ਘਰ ਆਵੈ, ਉਸ ਵਾਹਿਗੁਰੂ ਦੇ ਘਰ ਦੇ ਵਿੱਚ ਆ ਜਾਂਦੀ ਹੈ। ਤੁਰੀਆ ਪਦ ਵਿੱਚ
ਧਿਆਨ ਜੁੜ ਜਾਂਦਾ ਹੈ। ਜੀਵਤਿਆਂ ਮਰ ਰਹੀ ਹੈ, ਫਿਰ ਜੀਵਤ ਭਾਵ ਤੋਂ ਮਰ ਕੇ ਅਮਰ ਜੀਵਨ ਪ੍ਰਾਪਤ ਕਰ ਲੈਂਦੇ। ਜੀਵਤਿਆਂ ਮਰ ਰਹੀ ਹੈ, ਜਿਵੇਂ ਪੰਜ ਪਿਆਰਿਆਂ ਨੇ ਗੁਰੂ ਮਹਾਰਾਜ ਨੂੰ ਸੀਸ ਭੇਟਾ ਕਰਕੇ ਫਿਰ ਦੁਬਾਰਾ ਜੀਵਨ ਪ੍ਰਾਪਤ ਕੀਤਾ ਸੀ। ਹਾਜ਼ੂਰ ਕਹਿੰਦੇ ਗੁਰਸਿੱਖ ਨੇ ਜੀਵਤਿਆਂ ਮਰ ਰਹੀ ਹੈ, ਜੀਵਤ ਭਾਵ ਤੋਂ ਮਰ ਕੇ ਅਮਰ ਜੀਵਨ ਪ੍ਰਾਪਤ ਕਰਨਾ। ਜਿੰਨਾ ਚਿਰ ਅਸੀਂ ਮਰਨ ਤੋਂ ਡਰਦੇ ਹਾਂ, ਉਨਾ ਚਿਰ ਤੱਕ ਅਸੀਂ ਕੋਈ ਬਹੁਤ ਵੱਡਾ ਕਾਰਜ ਕਰ ਹੀ ਨਹੀਂ ਸਕਦੇ, ਜੀਵਨ ਦੀ ਸਫਲਤਾ ਨਹੀਂ ਕਰ ਸਕਦੇ। ਜਿਉਂਦੇ ਜੀ ਮਰਨਾ ਪਵੇਗਾ, ਅਤੇ ਜੇ ਅਸੀਂ ਕੁਛ ਪ੍ਰਾਪਤ ਕਰਨਾ ਹੈ, ਇਸੇ ਲਈ ਤਾਂ ਹਾਜ਼ੂਰ ਨੇ ਫਰਮਾਇਆ, ਜਾਓ ਤੋ ਪ੍ਰੇਮ ਖੇਲਣ ਕਾ ਚਾਓ, ਸਿਰ ਤਰ ਤਲੀ ਗਲੀ ਮੇਰੀ ਆਓ, ਇਤ ਮਾਰਗ ਪੈਰ ਧਰੀਜੈ, ਸਿਰ ਦੀਜੈ ਕਾਣ ਨਾ ਕੀਜੈ। ਹੁਣ ਆਰੰਭ ਤੋਂ ਗਰੀਬਾਂ ਨਿਵਾਜ ਸਤਿਗੁਰੂ ਜੀ ਜੋ ਜੋ ਵਾਹਿਗੁਰੂ ਪਰਮੇਸ਼ਰ ਦਾ ਭਾਣਾ ਹੈ, ਉਹ ਕਿਵੇਂ ਕਿਵੇਂ ਵਰਤ ਰਿਹਾ ਹੈ, ਉਹਦੇ ਬਾਰੇ ਸਮਝਾਉਣ ਲੱਗੇ ਨੇ। ਸੰਗਤਾਂ ਪ੍ਰੇਮ ਨਾਲ ਸੁਣੋ। ਨਿਰੰਕਾਰ ਆਕਾਰ ਹੈ, ਆਪੇ ਆਪੇ ਭਰਮ ਭੁਲਾਏ। ਨਿਰੰਕਾਰ ਆਕਾਰ ਹੈ ਆਪੇ। ਵਾਹਿਗੁਰੂ ਦਾ ਜਿਹੜਾ ਵਾਸਤਵ ਸਰੂਪ ਹੈ ਉਹ ਨਿਰਾਕਾਰ ਹੈ। ਚੱਕਰ ਚਿਹਨ ਯਾਰ ਬਾਰਨ ਜਾਤ ਯਾਰ ਪਾਤ ਨਹਿਨ ਜਿਹੇ, ਰੂਪ ਰੰਗ ਯਾਰ ਰੇਖ ਪੇ ਕੋ ਕਹਿ ਨਾ ਸਖਤ ਕਹੇ। ਰੂਪ ਨਾ ਰੇਖ ਨਾ ਰੰਗ ਕਿਛ ਤ੍ਰਿਹੁ ਗੁਣ ਤੇ ਪ੍ਰਭ ਪੈਨ, ਤਿਸਹਿ ਬੁਝਾਏ ਨਾਨਕਾ ਜਿਸ ਹੋਵੈ ਹੈ ਸੋ ਪ੍ਰਸੰਨ। ਉਸੇ ਨਿਰੰਕਾਰ ਨੇ ਇਸ ਸੰਸਾਰ ਦਾ ਆਕਾਰ ਸਰੂਪ ਧਾਰਨ ਕੀਤਾ ਹੋਇਆ। ਇਹੋ ਵਿਸ ਸੰਸਾਰ ਤੁਮ ਦੇਖਦੇ, ਇਹੋ ਹਰ ਕਾ ਰੂਪ ਹੈ, ਹਰ ਰੂਪ ਨਦਰੀ ਆਇਆ। ਆਪੇ ਭਰਮ ਭੁਲਾਏ। ਵਾਹਿਗੁਰੂ ਪਰਮੇਸ਼ਰ ਨੇ ਆਪ ਹੀ ਜੀਵਾਂ ਨੂੰ ਭਰਮ ਦੇ ਵਿੱਚ ਲਾ ਕੇ ਸਹੀ ਰਾਹ ਤੋਂ ਭੁਲਾ ਦਿੱਤਾ। ਉਸ ਵਾਹਿਗੁਰੂ ਨੇ ਆਪ ਹੀ ਸੰਸਾਰ ਬਣਾਇਆ, ਆਪ ਹੀ ਸੰਸਾਰੀ ਜੀਵਾਂ 'ਤੇ ਭਰਮ ਦਾ ਪਰਦਾ ਪਾ ਦਿੱਤਾ। ਉਸ ਭਰਮ ਦੇ ਵਿੱਚ ਭੁੱਲੇ ਭਟਕੇ ਜੀਵ ਸਹੀ ਰਾਹ ਤੋਂ ਭਟਕ ਗਏ ਨੇ, ਅਤੇ ਹੁਣ ਇੱਧਰ ਉੱਧਰ ਠੋਕਰਾਂ ਖਾਂਦੇ ਫਿਰ ਰਹੇ ਨੇ। ਕਰ ਕਰ ਕਰਤਾ ਆਪੇ ਵੇਖੈ, ਜਿਤ ਭਾਵੈ ਤਿਤ ਲਾਏ। ਕਰ ਕਰ ਕਰਤਾ, ਕਰਤਾ ਪੁਰਖ ਵਾਹਿਗੁਰੂ ਸਾਰੇ ਜੀਵਾਂ ਨੂੰ ਪੈਦਾ ਕਰ ਕਰਕੇ ਆਪ ਹੀ ਵੇਖ ਰਿਹਾ ਹੈ। ਆ ਜਿਵੇਂ ਮਾਤਾ ਪਿਤਾ ਬੱਚਿਆਂ ਨੂੰ ਜਨਮ ਦਿੰਦੇ ਨੇ, ਫਿਰ ਉਹਨਾਂ ਦੀ ਨਿਗਰਾਨੀ ਅਤੇ ਨਜ਼ਰਸਾਨੀ ਵੀ ਉਹਨਾਂ ਨੂੰ ਕਰਨੀ ਪੈਂਦੀ। ਵਾਹਿਗੁਰੂ ਆਪਣੇ ਸੰਸਾਰ ਨੂੰ, ਸੰਸਾਰ ਉਹਦਾ ਪਰਿਵਾਰ ਹੈ, ਕਰ ਕਰ ਕਰਤਾ ਆਪੇ ਵੇਖਿਆ। ਸਾਰੇ ਸੰਸਾਰ ਨੂੰ ਪੈਦਾ ਕਰ ਕਰਕੇ ਉਹ ਆਪ ਹੀ ਵੇਖ ਰਿਹਾ, ਸਭ ਦੀ ਨਿਗਰਾਨੀ ਨਜ਼ਰਸਾਨੀ ਕਰ ਰਿਹਾ ਹੈ। ਜਿਤ ਭਾਵੈ ਤਿਤ ਲਾਏ, ਜਿੱਧਰ ਪਾਉਂਦਾ ਉਸੇ ਪਾਸੇ ਜੀਵਾਂ ਨੂੰ ਲਾਈ ਜਾ ਰਿਹਾ। ਜਿਵੇਂ ਆਪਾਂ ਵੀ ਆਪਣੇ ਬੱਚਿਆਂ ਨੂੰ ਪੁੱਛਦੇ ਹਾਂ, ਭਾਈ ਦੱਸੋ ਤੁਸੀਂ ਕਿਹੜੀ ਪੜ੍ਹਾਈ ਕਰਨੀ, ਕਿਹੜਾ ਕੋਰਸ ਕਰਨਾ, ਕਿਹੜਾ ਕੰਮ ਕਰਨਾ। ਜਿਵੇਂ ਉਹਨਾਂ ਦੀ ਰੁਚੀ ਹੁੰਦੀ ਆ, ਅਤੇ ਫਿਰ ਮਾਤਾ ਪਿਤਾ ਕਹਿੰਦੇ ਭਾਈ ਚੰਗਾ, ਫਿਰ ਜਿਹੜਾ ਤੁਹਾਨੂੰ ਕੰਮ ਚੰਗਾ ਲੱਗਦਾ ਉਹ ਕਰੋ। ਇਉਂ ਵਾਹਿਗੁਰੂ ਪਰਮੇਸ਼ਰ ਵੀ ਜਿਵੇਂ ਜਿਵੇਂ ਸਾਡੀ ਇੱਛਾ ਹੁੰਦੀ ਹੈ ਉਸੇ ਪਾਸੇ ਲਾ ਦਿੰਦਾ। ਸੇਵਕੋ ਇਹਾ ਵਡਿਆਈ, ਜਾ ਕੋ ਹੁਕਮ ਮਨਾਏ। ਪਰ ਜਿਹੜੇ ਬੰਦੇ ਵਾਹਿਗੁਰੂ ਦੇ ਸੇਵਕ ਬਣ ਜਾਂਦੇ ਨੇ, ਸੇਵਕ ਕੌਣ ਬਣਦਾ? ਜਾ ਕੋ ਹੁਕਮ ਮਨਾਏ, ਜਿਹਨੂੰ ਹੁਕਮ ਮੰਨਣ ਦੀ ਭਾਵਨਾ ਵਾਹਿਗੁਰੂ ਬਖਸ਼ਿਸ਼ ਕਰ ਦੇਵੇ। ਜਿੰਨਾ ਚਿਰ ਹੁਕਮ ਨਹੀਂ ਮੰਨਦੇ ਉਹਨਾਂ ਚਿਰ ਸੇਵਕ ਨਹੀਂ ਬਣਿਆ ਜਾਣਾ। ਇਸੇ ਲਈ ਸਤਿਗੁਰੂ ਕਹਿੰਦੇ ਨੇ, ਹੁਕਮ ਮੰਨਿਆ ਹੋਵੇ ਪ੍ਰਵਾਨ, ਤਾਂ ਖਸਮੈ ਕਾ ਮਹਿਲ ਪਾਏ ਸੀ। ਸੇਵਕ ਜਿਸ ਨੂੰ ਹੁਕਮ ਮੰਨਣ ਦੀ ਦਾਤ ਬਖਸ਼ਿਸ਼ ਕਰ ਦਿੰਦਾ, ਫਿਰ ਉਹਨਾਂ ਨੂੰ ਵਾਹਿਗੁਰੂ ਦੇ ਦਰ ਘਰ ਤੋਂ ਇਹ ਵਡਿਆਈ ਮਿਲਦੀ ਹੈ। ਕਿਹੜੀ ਵਡਿਆਈ? ਅਬ ਤੋ ਜਾਏ ਚਰੇ ਸਿੰਘਾਸਨ, ਮਿਲੇ ਹੈ ਸਾਰੰਗ ਭਾਨੀ। ਰਾਮ ਕਬੀਰਾ ਏਕ ਭਏ ਹੈ, ਕੋਈ ਨਾ ਸਕੈ ਪਛਾਨੀ। ਇਹ ਵਡਿਆਈ ਉਹਨਾਂ ਨੂੰ ਮਿਲਦੀ ਜਿਹੜੇ ਵਾਹਿਗੁਰੂ ਦੇ ਹੁਕਮ ਨੂੰ ਮੰਨ ਲੈਂਦੇ ਨੇ। ਇਸੇ ਤਰ੍ਹਾਂ ਜਿਨ੍ਹਾਂ ਪੰਜ ਪਿਆਰਿਆਂ ਨੇ ਕਲਗੀਧਰ ਪਾਤਸ਼ਾਹ ਦਾ ਹੁਕਮ ਮੰਨਿਆ, ਸੀਸ ਮੰਗਿਆ ਅਤੇ ਸੀਸ ਭੇਟਾ ਕਰ ਦਿੱਤਾ, ਅਤੇ ਫਿਰ ਉਹਨਾਂ ਨੂੰ ਪਾਈ ਇਹ ਫਿਰ ਮਾਨ ਵਡਿਆਈ ਮਿਲੀ ਹੈ। ਹੁਣ ਤੱਕ ਪੰਜ ਪਿਆਰੇ ਉਹ ਗੁਰੂ ਦਾ ਰੂਪ ਹੋ ਕੇ ਸਾਨੂੰ ਅੰਮ੍ਰਿਤ ਦੀ ਦਾਤ ਬਖਸ਼ਿਸ਼ ਕਰਦੇ ਨੇ। ਇਹ ਗੁਰੂ ਵੱਲੋਂ ਹੁਕਮ ਮੰਨਣ ਤੋਂ ਵਡਿਆਈ ਪ੍ਰਾਪਤ ਹੁੰਦੀ ਹੈ। ਆਪਣਾ ਪਾਣਾ ਆਪੇ ਜਾਣੈ, ਗੁਰ ਕਿਰਪਾ ਤੇ ਲਹੀਐ।
ਆਪਣਾ ਭਾਣਾ ਵਾਹਿਗੁਰੂ ਆਪ ਹੀ ਜਾਣਦਾ ਹੈ। ਆਪਣੇ ਭਾਣੇ ਦੇ ਬਾਰੇ ਹੋਰ ਦੂਸਰਾ ਕੋਈ ਨਹੀਂ ਜਾਣ ਸਕਦਾ। ਹਾਂ, ਕਹਿ ਜਾਣਾ ਗੁਰਸੂਰਾ, ਅਤੇ ਜਾਂ ਗੁਰੂ ਮਹਾਰਾਜ ਨੂੰ ਉਹਦੇ ਬਾਰੇ ਪਤਾ ਹੈ। ਅਤੇ ਜੇ ਵਾਹਿਗੁਰੂ ਦੇ ਭਾਣੇ ਬਾਰੇ ਕਿਸੇ ਨੇ ਵੀ ਕੁਛ ਸੋਝੀ ਹਾਸਲ ਕਰਨੀ ਹੈ ਅਤੇ ਗੁਰੂ ਕਿਰਪਾ ਨਾਲ ਪ੍ਰਾਪਤ ਹੁੰਦੀ ਹੈ। ਇਹਾ ਸ਼ਕਤ ਸਿਵੈ ਘਰ ਆਵੈ, ਜੀਵਤਿਆਂ ਮਰ ਰਹੀ ਹੈ। ਇਹ ਜਿਹੜੀ ਸਾਡੀ ਮਨ ਦੀ ਬਿਰਤੀ ਹੈ, ਸ਼ਕਤੀ ਮਾਇਆ ਦੇ ਮੋਹ ਦੇ ਵਿੱਚ ਫਸੀ ਹੋਈ ਹੈ। ਜਦੋਂ ਮਾਇਆ ਦੇ ਮੋਹ ਵੱਲੋਂ ਹਟ ਕੇ ਸਿਵੈ ਘਰ ਆਵੇ, ਰੱਬ ਦੇ ਘਰ ਵਿੱਚ, ਸਹਿਜ ਪਦ ਵਿੱਚ, ਵਾਹਿਗੁਰੂ ਦੇ ਚਰਨਾਂ ਦੇ ਵਿੱਚ, ਉਹਦੇ ਸੱਚਖੰਡ ਦੇ ਵਿੱਚ ਆ ਜਾਂਦੀ ਹੈ, ਜੀਵਤਿਆਂ ਮਰ ਰਹੀ ਹੈ। ਫਿਰ ਜੀਵਤ ਭਾਵ ਤੋਂ ਮਰ ਕੇ ਅਮਰ ਜੀਵਨ ਪ੍ਰਾਪਤ ਹੋ ਜਾਂਦਾ। ਜਿਵੇਂ 5 ਪਿਆਰਿਆਂ ਨੇ ਸਿਰ ਦਿੱਤਾ, ਮਰਨਾ ਕਬੂਲ ਕੀਤਾ, ਅਤੇ ਫਿਰ ਗੁਰੂ ਮਹਾਰਾਜ ਨੇ ਅੰਮ੍ਰਿਤ ਦੀ ਦਾਤ ਬਖਸ਼ਿਸ਼ ਕਰਕੇ ਅਮਰ ਜੀਵਨ ਬਖਸ਼ਿਸ਼ ਕਰ ਦਿੱਤਾ। ਇਉਂ ਜਿਉਂਦੇ ਜੀ ਮਰ ਕੇ, ਜੀਵਤ ਭਾਵ ਤੋਂ ਮਰ ਕੇ ਫਿਰ ਅਮਰ ਜੀਵਨ ਪ੍ਰਾਪਤ ਹੁੰਦਾ ਹੈ। ਰਹਾਉ ਵਿਸਰਾਮ ਦੇ ਕੇ ਗੁਰੂ ਅਮਰਦਾਸ ਮਹਾਰਾਜ ਅੱਗੇ ਫਰਮਾਉਂਦੇ ਹਨ, ਵੇਦ ਪੜ੍ਹੈ ਪੜਵਾਦ ਵਖਾਣੈ, ਬ੍ਰਹਮਾ ਵਿਸ਼ਨ ਮਹੇਸ਼ਾ। ਜਿਹੜੇ ਪੰਡਤ ਲੋਕ ਨੇ, ਵਿਦਵਾਨ ਲੋਕ ਨੇ, ਬੁੱਧੀਜੀਵੀ ਵਰਗ ਦੇ ਲੋਕ ਨੇ, ਉਹ ਕੀ ਕਰਦੇ ਨੇ? ਵੇਦ ਪੜ੍ਹੈ, ਵੇਦਾਂ ਨੂੰ ਪੜ੍ਹਦੇ ਨੇ, ਅਤੇ ਪੜ੍ਹ ਕੇ ਫਿਰ ਕੀ ਕਰਦੇ ਨੇ? ਪੜਵਾਦ ਵਖਾਣਾ, ਫਿਰ ਉਹ ਚਰਚਾ ਸ਼ੁਰੂ ਕਰ ਦਿੰਦੇ ਨੇ। ਪ੍ਰਸ਼ਨੋਤਰੀ ਵਿਚਾਰਾਂ, ਕਿਸੇ ਉੱਤੇ ਤਰਕਾਂ ਕਰਨੀਆਂ, ਆਲੋਚਨਾ ਕਰਨੀ, ਕ੍ਰਿਟੀਸਾਈਜ਼ ਕਰਨਾ, ਇਹ ਉਹਨਾਂ ਦਾ ਸੁਭਾਅ ਬਣਿਆ ਹੋਇਆ। ਉਹ ਵਿਦਿਆ ਪੜ੍ਹਦੇ ਇਸ ਲਈ ਨੇ, ਬਸ ਚਰਚਾ ਕਰਨੀ ਹੈ, ਸਵਾਲ ਜਵਾਬ ਕਰਨੇ ਨੇ, ਕਮਾਈ ਨਹੀਂ ਕਰਨੀ, ਅਮਲ ਨਹੀਂ ਕਰਨਾ, ਤਰਕਾਂ ਕਰਨੀਆਂ ਨੇ। ਬ੍ਰਹਮਾ ਵਿਸ਼ਨ ਮਹੇਸ਼ਾ, ਅਤੇ ਫਿਰ ਬ੍ਰਹਮਾ ਵਿਸ਼ਨੂੰ ਸ਼ਿਵ ਜੀ, ਇਹ ਜਿਹੜੀਆਂ 3 ਸ਼ਕਤੀਆਂ ਨੇ, ਜਿਨ੍ਹਾਂ ਨੂੰ 3 ਦੇਵਤੇ ਮੰਨਿਆ ਜਾਂਦਾ ਹੈ, ਅਤੇ ਫਿਰ ਇਹਨਾਂ ਦੀਆਂ ਕਥਾ ਕਹਾਣੀਆਂ ਸੁਣਾਉਣ ਲੱਗ ਜਾਂਦੇ ਨੇ। ਇਹ ਤਿਰਗੁਣ ਮਾਇਆ ਜਨ ਜਗਤ ਭੁਲਾਇਆ, ਜਨ ਮਰਨ ਕਾ ਸਹਿਸਾ। ਇਹ ਜਿਹੜੇ 3 ਦੇਵਤੇ ਨੇ, ਬ੍ਰਹਮਾ ਵਿਸ਼ਨੂੰ ਸ਼ਿਵ ਜੀ, ਇਹ ਵੀ ਮਾਇਆ ਦੇ ਹੀ ਉਪਾਸ਼ਕ ਨੇ। ਏਕਾ ਮਾਈ ਜੁਗਤ ਵਿਆਈ, 3 ਚੇਲੇ ਪ੍ਰਵਾਨ, ਇੱਕ ਸੰਸਾਰੀ, ਇੱਕ ਭੰਡਾਰੀ, ਇੱਕ ਲਾਏ ਦੀ ਬਣ। ਜਿਵ ਤਿਸ ਭਾਵੈ ਤਿਵੈ ਚਲਾਵੈ, ਜਿਵ ਹੋਵੈ ਫੁਰਮਾਨ, ਉਹ ਵੇਖੈ ਉਹਨਾਂ ਨਜ਼ਰ ਨਾ ਆਵੈ, ਬਹੁਤਾ ਇਹੋ ਵਿਡਾ। ਹਾਜ਼ੂਰ ਕਹਿੰਦੇ ਇਹ ਜਿਹੜੇ ਦੇਵਤੇ ਨੇ, ਇਹਨਾਂ ਨੂੰ ਵਾਹਿਗੁਰੂ ਪਰਮੇਸ਼ਰ ਵੇਖ ਰਿਹਾ, ਪਰ ਇਹਨਾਂ ਨੂੰ ਉਹ ਨਹੀਂ ਦਿਸਦਾ। ਇਸੇ ਲਈ ਇਹ ਤਿਰਗੁਣੀ ਮਾਇਆ ਦੇ ਵਿੱਚ ਹੀ ਫਸੇ ਹੋਏ ਨੇ। ਇਹ ਜਿਹੜੇ ਦੇਵੀ ਦੇਵਤਿਆਂ ਦੇ ਉਪਾਸ਼ਕ ਵੀ ਨੇ, ਇਹ ਵੀ ਤਿਰਗੁਣੀ ਮਾਇਆ ਦੇ ਮੋਹ ਦੇ ਵਿੱਚ ਹੀ ਫਸੇ ਹੋਏ ਨੇ, ਜਿਸ ਨੇ ਸਾਰੇ ਸੰਸਾਰ ਨੂੰ ਭੁਲਾਇਆ ਹੋਇਆ ਹੈ। ਇਸੇ ਲਈ ਜਨਮ ਮਰਨ ਕਾ ਸਹਿਸਾ, ਇਹ ਜਨਮ ਮਰਨ ਦਾ ਸੰਸਾ, ਸਹਿਮ ਸਾਰਿਆਂ ਦੇ ਮਨ ਦੇ ਵਿੱਚ ਬਣਿਆ ਰਹਿੰਦਾ ਹੈ। ਕਿਉਂ? ਜਿੰਨਾ ਚਿਰ ਅਸੀਂ ਤਿਰਗੁਣੀ ਮਾਇਆ ਦੇ ਮੋਹ ਤੋਂ ਬਾਹਰ ਨਹੀਂ ਨਿਕਲਦੇ, ਸ਼ਕਤੀ ਦੇ ਘਰ ਤੋਂ ਸ਼ਿਵ ਦੇ ਘਰ ਦੇ ਵਿੱਚ ਨਹੀਂ ਆਉਂਦੇ, ਉਹਨਾਂ ਚਿਰ ਜਨਮ ਮਰਨ ਦਾ ਸੰਸਾ ਦੂਰ ਨਹੀਂ ਹੁੰਦਾ। ਗੁਰ ਪ੍ਰਸਾਦੀ ਏਕੋ ਜਾਣੈ, ਚੁਕੈ ਮਨੋ ਅੰਦੇਸਾ। ਜਦੋਂ ਗੁਰੂ ਦੀ ਕਿਰਪਾ ਦੇ ਨਾਲ ਏਕੋ ਜਾਣੈ, ਜਿਹੜਾ ਇੱਕ ਓਂਕਾਰ ਸਰੂਪ ਅਕਾਲ ਪੁਰਖ ਹੈ, ਉਹਨੂੰ ਇਹ ਜਾਣ ਲਵੇ, ਚੁਕੈ ਮਨੋ ਅੰਦੇਸਾ, ਫਿਰ ਮਨ ਦਾ ਸਾਰਾ ਅੰਦੇਸਾ, ਅੰਦੇਸ਼ਾ ਦਾ ਅਰਥ ਹੁੰਦਾ ਜਿਹੜਾ ਤੌਖਲ ਹੈ, ਫਿਕਰ, ਸੋਚ, ਚਿੰਤਾ, ਇਹ ਅੰਦੇਸ਼ਾ ਸਾਰਾ ਉਸ ਦਾ ਨਾਸ ਹੋ ਜਾਂਦਾ ਹੈ। ਹੁਣ ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਕਹਿੰਦੇ ਨੇ, ਭਾਈ ਉਸ ਅਕਾਲ ਪੁਰਖ ਵਾਹਿਗੁਰੂ ਦੇ ਚਰਨਾਂ ਵਿੱਚ ਅਰਦਾਸ ਬੇਨਤੀ ਕਰਨੀ ਚਾਹੀਦੀ ਹੈ। ਇਹ ਸਾਨੂੰ ਜਨਮ ਸਿੱਧ ਅਧਿਕਾਰ ਹੈ, ਚਾਹੇ ਪੁੰਨੀ ਹੈ ਚਾਹੇ ਪਾਪੀ ਹੈ, ਧਰਮੀ ਹੈ ਚਾਹੇ ਅਧਰਮੀ ਹੈ। ਤੁਸੀਂ ਰੱਬ ਦੇ ਚਰਨਾਂ ਵਿੱਚ ਅਰਦਾਸ ਬੇਨਤੀ ਕਰ ਸਕਦੇ ਹੋ। ਬਾਕੀ ਉਹਦਾ ਕਰਮ ਹੈ, ਉਹ ਕਿਹਨੂੰ ਉਸਨੇ ਬਖਸ਼ਣਾ ਅਤੇ ਕਿਹਨੂੰ ਨਹੀਂ ਬਖਸ਼ਣਾ, ਪਰ ਬੇਨਤੀ ਅਰਦਾਸ ਸਾਰੇ ਕਰ ਸਕਦੇ ਹੋ। ਕਿਵੇਂ ਕਰਨੀ ਹੈ? ਸਿਆਣੇ ਟੀਚਰ ਵਾਂਗੂ ਪੂਰਨੇ ਪਾ ਕੇ ਗਰੀਬ ਨਵਾਜ਼ ਸਤਿਗੁਰੂ ਜੀ ਸਾਨੂੰ ਸਮਝਾਉਂਦੇ ਹਨ। ਹਮ ਦੀਨ ਮੂਰਖ ਆ ਵਿਚਾਰੀ, ਤੁਮ ਚਿੰਤਾ ਕਰੋ ਹਮਾਰੀ। ਹੀ ਵਾਹਿਗੁਰੂ ਜੀ, ਅਸੀਂ ਦੀਨ, ਆਜਿਜ਼, ਨਿਮਾਣੇ ਹਾਂ, ਅਤੇ ਮੂਰਖ ਬੇਸਮਝ ਹਾਂ, ਆ ਵਿਚਾਰੀ ਅਤੇ ਸ਼ੁਭ ਵਿਚਾਰ ਤੋਂ ਵੀ ਸਖਣੇ ਹਾਂ। ਅਸੀਂ ਨਿਮਾਣੇ ਹਾਂ, ਗਰੀਬ ਹਾਂ,
ਆਜਿਜ਼ ਹਾਂ, ਬੇਸਮਝ ਹਾਂ ਤੇ ਵਿਚਾਰ ਤੋਂ ਸਖਣੇ ਹਾਂ। ਅਸੀਂ ਨਾਦਾਨ ਬੱਚੇ ਹਾਂ, ਤੁਮ ਚਿੰਤਾ ਕਰੋ ਹਮਾਰੀ। ਮਹਾਰਾਜ ਤੁਸੀਂ ਸਾਡੀ ਚਿੰਤਾ ਕਰੋ, ਸਾਡਾ ਫਿਕਰ ਕਰੋ। ਹੋ ਦਇਆਲ ਕਰ ਦਾਸ ਦਾਸਾਂ ਕਾ, ਸੇਵਾ ਕਰੀ ਤੁਮਾਰੀ। ਹੋ ਦਇਆਲ, ਤੁਸੀਂ ਮਹਾਰਾਜ ਸਾਡੇ 'ਤੇ ਮਿਹਰਬਾਨ ਹੋਵੋ, ਸਾਡੇ 'ਤੇ ਤਰਸ ਕਰੋ। ਕਰ ਦਾਸ ਦਾਸਾਂ ਕਾ, ਸਾਨੂੰ ਦਾਸਾਂ ਦਾ ਦਾਸ ਬਣਾ ਦਿਓ। ਦਾਸਾਂ ਦਾ ਦਾਸ ਬਣ ਕੇ ਫਿਰ ਕਰਨਾ ਕੀ ਹੈ? ਸੇਵਾ ਕਰੀ ਤੁਮਾਰੀ। ਮਹਾਰਾਜ ਤੁਹਾਡੀ ਸੇਵਾ ਕਰਦੇ ਰਹੀਏ, ਦਾਸਾਂ ਦੇ ਦਾਸ ਬਣ ਕੇ ਤੁਹਾਡੀ ਸੇਵਾ ਕਰੀਏ। ਕੋਈ ਜਾ ਕੇ ਰੋਹਬ ਨਾ ਜਮਾਈਏ, ਕੋਈ ਹੰਕਾਰ ਨਾ ਕਰੀਏ ਬਈ ਅਸੀਂ ਗੁਰਦੁਆਰੇ ਸਾਹਿਬ ਜੀ ਦੇ ਪ੍ਰਬੰਧਕ ਬਣ ਗਏ ਹਾਂ। ਨਹੀਂ, ਦਾਸਾਂ ਦੇ ਦਾਸ ਬਣ ਕੇ ਤੁਹਾਡੀ ਸੇਵਾ ਕਰਦੇ ਰਹੀਏ। ਏਕ ਨਿਧਾਨ ਦੇਹ ਤੂੰ ਆਪਣਾ, ਅਹਨਸ ਨਾਮ ਵਖਾਣੀ। ਹੇ ਵਾਹਿਗੁਰੂ ਜੀ, ਕਿਰਪਾ ਕਰਕੇ ਇੱਕ ਇਹ ਵੀ ਦਾਤ ਸਾਡੀ ਝੋਲੀ ਵਿੱਚ ਪਾ ਦਿਓ। ਏਕ ਨਿਧਾਨ ਦੇਹ ਤੂੰ ਆਪਣਾ, ਇੱਕ ਇਹ ਜਿਹੜਾ ਤੁਹਾਡੇ ਨਾਮ ਦਾ ਖਜ਼ਾਨਾ ਹੈ, ਅੰਮ੍ਰਿਤ ਨਾਮ ਨਿਧਾਨ ਹੈ, ਮਿਲ ਪੀਵੋ ਭਾਈ। ਇਹ ਨਾਮ ਦਾ ਖਜ਼ਾਨਾ ਵੀ ਆਪਣਾ ਸਾਡੀ ਝੋਲੀ ਵਿੱਚ ਪਾ ਦਿਓ ਅਤੇ ਅਸੀਂ ਦਿਨ ਰਾਤ ਤੇਰੇ ਨਾਮ ਨੂੰ ਵਖਾਣੀ ਜਪਦੇ ਰਹੀਏ। ਸਾਸ ਸਾਸ ਸਿਮਰੋ ਗੋਬਿੰਦ, ਜੋ ਸਾਸ ਗਰਾਸ ਤੇ ਆਏ ਮੇਰਾ ਹਰ ਹਰ, ਸੋ ਗੁਰਸਿੱਖ ਗੁਰੂ ਮਨ ਭਾਵੈ। ਇਹ ਨਾਮ ਦਾ ਖਜ਼ਾਨਾ ਵੀ ਸਾਡੀ ਝੋਲੀ ਵਿੱਚ ਪਾ ਦਿਓ। ਅਤੇ ਦੂਸਰੀ ਗੱਲ, ਸੇਵਾ ਕਰੀ ਤੁਮਾਰੀ, ਸੇਵਾ ਵੀ ਕਰਦੇ ਰਹੀਏ। ਇਹ ਸੇਵਾ ਅਤੇ ਸਿਮਰਨ ਸਿੱਖ ਧਰਮ ਦੇ ਬੁਨਿਆਦੀ ਥੰਮ ਨੇ। ਇਹ ਸੇਵਾ ਅਤੇ ਸਿਮਰਨ ਦੀ ਦਾਤ ਸਾਨੂੰ ਵਾਹਿਗੁਰੂ ਤੋਂ ਮੰਗਣੀ ਚਾਹੀਦੀ ਹੈ। ਕਹਿਤ ਨਾਨਕ ਗੁਰ ਪ੍ਰਸਾਦੀ ਬੂਝੋ, ਕੋਈ ਐਸਾ ਕਰੇ ਵਿਚਾਰਾ। ਕਹਿਤ ਨਾਨਕ, ਗੁਰੂ ਅਮਰਦਾਸ ਮਹਾਰਾਜ ਦੇ ਸਰੂਪ ਵਿੱਚ, ਤੀਜੇ ਸਰੂਪ ਦੇ ਵਿੱਚ ਗੁਰੂ ਨਾਨਕ ਸਾਹਿਬ ਉਚਾਰਨ ਕਰ ਰਹੇ ਨੇ, ਕਿਉਂਕਿ ਜੋਤ ਗੁਰੂ ਨਾਨਕ ਦੀ ਹੈ। ਇਸੇ ਲਈ ਬਾਣੀ ਚਾਹੇ ਪਹਿਲੇ ਸਰੂਪ ਦੀ, ਚਾਹੇ ਦੂਜੇ ਦੀ, ਚਾਹੇ ਤੀਜੇ ਦੀ, ਚਾਹੇ ਚੌਥੇ ਪੰਜਵੇਂ ਦੀ, ਚਾਹੇ ਨੌਵੇਂ ਦੀ ਬਾਣੀ ਹੈ, ਮੋਹਰ ਨਾਨਕ ਨਾਮ ਦੀ ਹੈ। ਕਿਉਂਕਿ ਗੁਰੂ ਜੋਤ ਗੁਰੂ ਨਾਨਕ ਸਾਹਿਬ ਦੀ ਸਭ ਦੇ ਵਿੱਚ ਵਰਤ ਰਹੀ ਹੈ। ਕਹਿਤ ਨਾਨਕ, ਤੀਜੇ ਸਰੂਪ ਦੇ ਵਿੱਚ ਗੁਰੂ ਨਾਨਕ ਸਾਹਿਬ ਫਰਮਾਉਂਦੇ ਨੇ, ਗੁਰ ਪ੍ਰਸਾਦੀ ਕੋਈ ਐਸਾ ਕਰੋ ਵਿਚਾਰਾ, ਬਈ ਗੁਰੂ ਦੀ ਕਿਰਪਾ ਦੇ ਪਾਤਰ ਬਣ ਕੇ ਕੋਈ ਇਸ ਢੰਗ ਦੇ ਨਾਲ ਵਿਚਾਰ ਕਰੋ ਅਤੇ ਬੁੱਝੋ। ਫਿਰ ਜਿਹੜੀ ਅਸਲੀਅਤ ਹੈ, ਪਰਮਾਰਥ ਹੈ, ਉਹਨੂੰ ਸਮਝੋ। ਭਾਵ ਗੁਰੂ ਦੀ ਕਿਰਪਾ ਦੁਆਰਾ, ਜਦੋਂ ਗੁਰਬਾਣੀ ਦੁਆਰਾ, ਗੁਰੂ ਸ਼ਬਦ ਦੁਆਰਾ ਅਸੀਂ ਜੀਵਨ ਦੀ ਸਫਲਤਾ ਦੀ ਵਿਚਾਰ ਕਰਦੇ ਹਾਂ, ਆਤਮਾ ਕੀ ਚੀਜ਼ ਹੈ, ਪਰਮਾਤਮਾ ਕੀ ਚੀਜ਼ ਹੈ, ਜਦੋਂ ਅਸੀਂ ਐਸੀ ਵਿਚਾਰ ਕਰਦੇ ਹਾਂ ਅਤੇ ਫਿਰ ਸਾਨੂੰ ਕੁਝ ਨਾ ਕੁਝ ਗੁਰੂ ਕਿਰਪਾ ਦੁਆਰਾ ਸੋਝੀ ਪ੍ਰਾਪਤ ਹੁੰਦੀ ਹੈ। ਜਿਉਂ ਜਲ ਉਪਰ ਫੇਨ ਬੁੱਧ ਬੁੱਧਾ, ਤੈਸਾ ਇਹੋ ਸੰਸਾਰ। ਇਹ ਸੰਸਾਰ ਦਾ ਪਰਮੇਸ਼ਰ ਦੇ ਨਾਲ ਕੀ ਸੰਬੰਧ ਹੈ? ਤਾਂ ਹਜ਼ੂਰ ਕਹਿੰਦੇ ਨੇ, ਇਸ ਗੱਲ ਨੂੰ ਸਮਝਣ ਦੀ ਕੋਸ਼ਿਸ਼ ਕਰੋ। ਜਿਉਂ ਜਲ ਉਪਰ ਫੇਨ ਬੁੱਧ ਬੁੱਧਾ, ਜਿਵੇਂ ਪਾਣੀ ਦੇ ਉੱਤੇ, ਫੇਨ ਦਾ ਅਰਥ ਹੁੰਦਾ ਝੱਗ ਅਤੇ ਬੁੱਧ ਬੁੱਧ ਦਾ ਅਰਥ ਹੁੰਦਾ ਬੁਲਬੁਲਾ। ਜਿਵੇਂ ਪਾਣੀ ਦੇ ਉੱਤੇ ਝੱਗ ਆ ਜਾਂਦੀ ਹੈ ਅਤੇ ਬੁਲਬੁਲੇ ਪੈਦਾ ਹੁੰਦੇ ਨੇ, ਤੈਸਾ ਇਹੋ ਸੰਸਾਰ ਹੈ। ਇਸੇ ਤਰ੍ਹਾਂ ਬਾਈ ਇਹ ਸੰਸਾਰ ਹੈ। ਅਕਾਲ ਪੁਰਖ ਵਾਹਿਗੁਰੂ ਪਰਮੇਸ਼ਰ ਬ੍ਰਹਮ ਚੇਤਨ, ਉਹ ਜਲ ਵਾਂਗ ਹੈ ਅਤੇ ਆਹ ਜਿਹੜੀ ਪ੍ਰਕਿਰਤੀ ਹੈ ਇਹ ਝੱਗ ਵਾਂਗ ਹੈ। ਫੇਨ ਝੱਗ ਨੂੰ ਕਹਿੰਦੇ ਨੇ। ਆਹ ਜਿਤਨੇ ਜੀਵ ਨੇ ਇਹ ਸਾਰੇ ਬੁਲਬੁਲਿਆਂ ਵਾਂਗ ਨੇ। ਇਸੇ ਲਈ ਜਿਵੇਂ ਝੱਗ ਅਤੇ ਬੁਲਬੁਲੇ ਉਹ ਪਾਣੀ ਤੋਂ ਪੈਦਾ ਹੁੰਦੇ ਨੇ ਅਤੇ ਪਾਣੀ ਵਿੱਚ ਹੀ ਲੀਨ ਹੋ ਜਾਂਦੇ ਨੇ, ਇਸੇ ਤਰ੍ਹਾਂ ਇਹ ਜਿਹੜਾ ਸੰਸਾਰ ਹੈ ਵਾਹਿਗੁਰੂ ਤੋਂ ਪੈਦਾ ਹੋਇਆ ਅਤੇ ਵਾਹਿਗੁਰੂ ਦੇ ਵਿੱਚ ਹੀ ਅਕਸਰ ਲੀਨ ਹੋ ਜਾਂਦਾ ਹੈ। ਜਿਸ ਤੇ ਹੋਆ ਤਿਸੈ ਸਮਾਣਾ, ਚੂਕ ਗਿਆ ਪਾਸਾਰਾ। ਜਿਸ ਤੇ ਹੋਆ, ਜਿੱਥੋਂ ਇਹ ਝੱਗ ਅਤੇ ਬੁਲਬੁਲੇ ਪੈਦਾ ਹੁੰਦੇ ਨੇ ਉਸੇ ਵਿੱਚ ਹੀ ਜਾ ਕੇ ਲੀਨ ਹੋ ਜਾਂਦੇ ਨੇ। ਪਾਣੀ ਤੋਂ ਹੀ ਝੱਗ ਅਤੇ ਬੁਲਬੁਲੇ ਪੈਦਾ ਹੁੰਦੇ ਨੇ ਅਤੇ ਫਿਰ ਪਾਣੀ ਵਿੱਚ ਹੀ ਉਹ ਜਾ ਕੇ ਸਮਾ ਜਾਂਦੇ ਨੇ। ਇਹ ਸੰਸਾਰ ਵੀ ਸਾਰਾ ਵਾਹਿਗੁਰੂ ਪਰਮੇਸ਼ਰ ਤੋਂ ਪੈਦਾ ਹੋਇਆ ਅਤੇ ਫਿਰ ਉਹਦੇ ਵਿੱਚ ਹੀ ਜਾ ਕੇ ਲੀਨ ਹੋ ਜਾਂਦਾ ਹੈ। ਕਿੱਥੋਂ ਉਪਜਾ ਕਹਿ ਰਹਿ, ਕਹਿ ਮਾਈ ਸਮਾਵੈ, ਜੀ ਜੰਤ ਸਭ ਖਸਮ ਕੇ, ਕੌਣ ਕੀਮਤ ਪਾਵੇ। ਵੀ ਜਿੱਥੋਂ ਇਹ ਸੰਸਾਰ ਪੈਦਾ ਹੋਇਆ ਉਹਦੇ ਵਿੱਚ ਹੀ ਜਾ ਕੇ ਲੀਨ ਹੋ ਜਾਂਦਾ। ਚੂਕ ਗਿਆ ਪਸਾਰਾ। ਆਹ ਜਿਹੜਾ ਸੰਸਾਰ ਦਾ ਪਸਾਰਾ ਅਸੀਂ ਵੇਖ ਰਹੇ ਹਾਂ ਨਾ,
ਵੱਖੋ ਵੱਖਰੇ ਰੰਗ ਰੂਪ, 4 ਖਾਣੀਆਂ, 4 ਬਾਣੀਆਂ, ਇਹ ਸਾਰਾ ਬ੍ਰਹਮ ਗਿਆਨੀ ਦੀ ਦ੍ਰਿਸ਼ਟੀ ਵਿੱਚ ਖਤਮ ਹੋ ਜਾਂਦਾ ਹੈ। ਕਿਉਂਕਿ ਬ੍ਰਹਮ ਗਿਆਨੀ ਦੀ ਦ੍ਰਿਸ਼ਟੀ ਵਿੱਚ ਸਾਰਾ ਸੰਸਾਰ ਪਰਮੇਸ਼ਰ ਦਾ ਰੂਪ ਬਣ ਜਾਂਦਾ ਹੈ। ਦੋਏ ਦੋਏ ਲੋਚਨ ਪੇਖਾ, ਹਉ ਹਰ ਬਿਨ ਔਰ ਨਾ ਦੇਖਾ, ਨੈਣ ਰਹੇ ਰੰਗ ਲਾਈ, ਆ ਬੇਗਲ ਕਹਿਣ ਨਾ ਜਾਏ। ਬ੍ਰਹਮ ਗਿਆਨੀ ਦੀ ਅਵਸਥਾ ਕੈਸੀ ਹੁੰਦੀ ਹੈ? ਜਤਰ ਜਤਰ ਮਨੋ ਜਾਤੀ, ਤਤਰ ਤਤਰ ਬ੍ਰਹਮ ਦ੍ਰਿਸ਼ਟਾਤੀ। ਉਹਨੂੰ ਸਭ ਬ੍ਰਹਮ ਦਾ ਹੀ ਰੂਪ ਨਜ਼ਰ ਆਉਂਦਾ ਹੈ। ਇਸੇ ਲਈ ਹਜ਼ੂਰ ਕਹਿੰਦੇ ਨੇ, ਮਨ ਸਾਚਾ ਮੁਖ ਸਾਚਾ ਸੋਏ, ਅਵਰ ਨਾ ਪੇਖੈ ਏਕਸ ਬਿਨ ਕੋਏ, ਨਾਨਕੇ ਲੱਛਣ ਬ੍ਰਹਮ ਗਿਆਨੀ ਹੋਏ। ਵੀ ਜਿੱਥੋਂ ਸੰਸਾਰ ਪੈਦਾ ਹੋਇਆ ਉਹਦੇ ਵਿੱਚ ਹੀ ਲੀਨ ਹੋ ਜਾਂਦਾ ਹੈ। ਅਤੇ ਜਿਹੜਾ ਇਹ ਪਸਾਰਾ ਹੈ, ਜਿਹੜਾ ਵੱਖਰਾ ਪਸਾਰਾ ਪ੍ਰਤੀਤ ਹੁੰਦਾ ਨਾ ਸਾਨੂੰ, ਇਹ ਵੱਖਰੇ ਪੁਣੇ ਦਾ ਜਿਹੜਾ ਭਰਮ ਹੈ ਇਹ ਉਹਨਾਂ ਦਾ ਦੂਰ ਹੋ ਜਾਂਦਾ ਹੈ। ਉਹ ਸਾਰੇ ਸੰਸਾਰ ਨੂੰ ਵਾਹਿਗੁਰੂ ਦਾ ਹੀ ਸਰੂਪ ਸਮਝਣ ਲੱਗ ਜਾਂਦੇ ਨੇ। ਜਿਵੇਂ ਪਾਣੀ ਤੋਂ ਝੱਗ ਬੁਲਬੁਲੇ ਪੈਦਾ ਹੁੰਦੇ ਨੇ ਅਤੇ ਫਿਰ ਉਹ ਪਾਣੀ ਦਾ ਹੀ ਰੂਪ ਹੋ ਜਾਂਦੇ ਨੇ। ਸਾਰੀ ਪ੍ਰਕਿਰਤੀ ਵੀ ਅਤੇ ਜਿਤਨੇ ਜੀਵ ਬੁਲਬੁਲਿਆਂ ਵਾਂਗ ਨੇ, ਆਖਰ ਵਾਹਿਗੁਰੂ ਤੋਂ ਪੈਦਾ ਹੁੰਦੇ ਨੇ ਅਤੇ ਉਹਦੇ ਵਿੱਚ ਹੀ ਲੀਨ ਹੋ ਜਾਂਦੇ ਨੇ। ਇਹ ਹੈ ਪਾਵਨ ਬਾਣੀ ਦੀ ਸ਼ਬਦ ਦੀ ਵਿਚਾਰ ਜੋ ਸੰਗਤਾਂ ਨੇ ਸਰਵਣ ਕੀਤੀ। ਸਤਿਗੁਰੂ ਮਿਹਰ ਕਰਨ ਇਹ ਵਿਚਾਰ, ਇਹ ਪਰਮਾਰਥ ਦੀ ਵਿਚਾਰ ਸਾਡੇ ਜੀਵਨ ਵਿੱਚ ਵਸੇ। ਇਹਦੇ ਨਾਲ ਸਾਡੇ ਜੀਵਨ ਦੀ ਸਫਲਤਾ ਹੋਵੇਗੀ। ਸਭ ਸੰਗਤਾਂ ਦਾ ਬਹੁਤ ਬਹੁਤ ਧੰਨਵਾਦ ਅਤੇ ਖਾਲਸਾ ਦੇ ਸਾਜਨਾ ਦਿਵਸ ਦੀ ਸਭ ਸੰਗਤਾਂ ਨੂੰ ਲੱਖ ਲੱਖ ਵਧਾਈ। ਜਿਉਂ ਜਲ ਉਪਰ ਫੇਨ ਬੁੱਧ ਬੁੱਧਾ, ਤੈਸਾ ਇਹੋ ਸੰਸਾਰਾ, ਜਿਸ ਤੇ ਹੋਆ ਤਿਸਹਿ ਸਮਾਣਾ, ਚੂਕ ਗਿਆ ਪਾਸ ਸਾਰਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।